मैं अपनी मर्जी नाल कोई सिद्धांत नहीं दे सकदी, तुसीं अपनी मर्जी नाल सिद्धांत नहीं दे सकदे। सानू सिद्धांत गुरु ग्रंथ साहिब पातशाह दा ही मनना पैना। गुरु ग्रंथ साहिब महाराज सानू हर वार ਜਦੋਂ ਵੀ ਅਸੀਂ ਅਖੰਡ ਪਾਠ ਕਰਦੇ ਹਾਂ ਜਾਂ ਅਸੀਂ ਪਾਠ ਕਰਦੇ ਹਾਂ ਤਾਂ ਉਸ ਵੇਲੇ ਸਾਨੂੰ ਹੁਕਮ ਦਿੰਦੇ ਨੇ ਕਿ ਸਾਡੇ ਲਈ ਜੋ ਅੱਖਰ ਹੈ ਉਹ ਗੁਰਦੁਆਰਾ ਹੈ, ਗੁਰੂ ਘਰ ਨਹੀਂ ਹੈ। ਜਦੋਂ ਆਪਾਂ ਗੁਰਸਿੱਖੀ ਕਵਾਂਗੇ ਨਾ ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਜਿਹੜਾ ਸਿੱਖ ਜੀਵਨ ਆਪਾਂ ਅੱਜ ਦੇਖ ਰਹੇ ਹਾਂ, ਨਹੀਂ। ਇਹਦਾ ਮਤਲਬ ਹੈ ਜੋ ਗੁਰੂ ਮਹਾਰਾਜ ਦੇ ਸਿਧਾਂਤ ਉਕਰੇ, ਜੋ ਉਹਨਾਂ ਨੇ ਸਾਨੂੰ ਸਿਧਾਂਤ ਦਿੱਤੇ, ਉਹਨਾਂ ਸਿਧਾਂਤਾਂ ਨੂੰ ਕਿਸੇ ਵੀ ਤਰੀਕੇ ਨਾਲ ਅਗਰ ਸਮਝਣਾ ਹੈ ਤਾਂ ਉਹ ਗੁਰੂ ਦੇ ਚਰਨਾਂ ਵਿੱਚ ਜਾ ਕੇ ਹੀ ਸਮਝਿਆ ਜਾ ਸਕਦਾ, ਉਸ ਤੋਂ ਬਿਨਾਂ ਨਹੀਂ ਸਮਝਿਆ ਜਾ ਸਕਦਾ। ਜਿਹੜੇ ਸਾਰੇ ਕਹਿੰਦੇ ਆ ਨਾ ਕਿ ਸਿੱਖ ਤਾਂ ਕੋਈ ਧਰਮ ਨਹੀਂ ਜੇ, ਤਾਂ ਵੇ ਆਫ ਲਾਈਫ, ਉਹ ਜਿਹੜੀ ਉਹ ਵੇ ਆਫ ਲਾਈਫ ਹੈ ਨਾ ਸੋ ਕਾਲਡ, ਉਹਨੂੰ ਸਮਝਣ ਦੇ ਲਈ ਵੀ ਗੁਰੂ ਦਾ ਸਿੱਖ ਹੋਣਾ ਪਊਗਾ। ਜਿਵੇਂ ਜਿਵੇਂ ਆਪਾਂ ਉਸ ਸਿਧਾਂਤ ਨੂੰ ਗੁਰਦੁਆਰੇ ਤੋਂ ਦੂਰ ਕਰਦੇ ਜਾਵਾਂਗੇ ਜਾਂ ਗੁਰਦੁਆਰੇ ਨੂੰ ਗੁਰੂ ਘਰ ਬਣਾਉਂਦੇ ਜਾਵਾਂਗੇ, ਉਵੇਂ ਉਵੇਂ ਆਪਾਂ ਉਹ ਵੀ ਜਿਹੜੀ ਆ ਉਹ ਰਹਿਤ ਵੀ ਜਿਹੜੀ ਆ, ਜਿਹੜਾ ਗੁਰਸਿੱਖੀ ਜੀਵਨ ਆ ਉਹ ਉੱਥੇ ਵੀ ਸਾਨੂੰ ਦਿਖਣਾ ਬੰਦ ਹੁੰਦਾ ਜਾਊਗਾ। ਵਰਲਡਸ ਨੰਬਰ 1 ਸਿੱਖ ਮੀਡੀਆ ਅਕਾਲ ਚੈਨਲ ਦਾ ਸਿੱਖੀ ਤੇ ਆਧਾਰਿਤ ਬੇਹੱਦ ਹੀ ਹਰਮਨ ਪਿਆਰਾ ਪ੍ਰੋਗਰਾਮ ਕਿਰਦਾਰੇ ਖਾਲਸਾ ਅਕਾਲ ਚੈਨਲ ਦੇ ਨਾਲ ਹੁਣ ਪੋਡਕਾਸਟ ਦੇ ਹੋਰ ਨੈਟਵਰਕਸ ਸਪੋਟੀਫਾਈ, ਗੂਗਲ ਪੋਡਕਾਸਟ, ਐਮਾਜ਼ਨ ਆਡੀਬਲ ਅਤੇ ਐਪਲ ਪੋਡਕਾਸਟ ਤੇ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਮੈਂ ਕਿਰਨਪ੍ਰੀਤ ਕੌਰ ਆਪ ਸਭ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਜੀ। ਮੈਂ ਪਿਛਲੇ ਐਪੀਸੋਡ ਦੇ ਵਿੱਚ ਇਹ ਬੋਲਿਆ ਸੀਗਾ ਕਿ ਜਿਹੜਾ ਅੱਜ ਵਾਲਾ ਐਪੀਸੋਡ ਹੋਊਗਾ ਇਹ ਕੁਐਸਚਨ ਆਨਸਰਸ ਦੇ ਉੱਪਰ ਬੇਸਡ ਹੋਊਗਾ। ਕੁਐਸਚਨ ਆਨਸਰ ਸੀਰੀਜ਼ ਦੇ ਵਿੱਚ ਇੱਕ ਐਪੀਸੋਡ ਐਡ ਹੋਊਗਾ। ਕੁਐਸਚਨਸ ਸਾਡੇ ਕੋਲ ਬਹੁਤ ਆਏ ਨੇ ਔਰ ਉਹਨਾਂ ਦੇ ਵਿੱਚੋਂ ਕੁਝ ਕੁਐਸਚਨ ਐਸੇ ਨੇ ਜੋ ਪਹਿਲਾਂ ਆਏ ਹੋਏ ਸੀਗੇ, ਸ਼ਾਇਦ ਮੇਰੇ ਕੋਲੇ ਕਿਤੇ ਰਹਿ ਗਏ, ਮਿਸ ਹੋ ਗਏ ਨੇ, ਤਾਂ ਬਟ ਮੈਂ ਕੋਸ਼ਿਸ਼ ਕਰੂੰਗੀ ਕਿ ਉਹ ਸਾਰੇ ਲੈਣ ਦੀ। ਲੇਕਿਨ ਇੰਪੋਰਟੈਂਟ ਜਿਹੜਾ ਅੱਜ ਦਾ ਕੁਐਸਚਨ ਹੈ ਉਹ ਮੈਨੂੰ ਤਕਰੀਬਨ 6-7 ਈਮੇਲਸ ਜਿਹੜੀਆਂ ਨੇ ਉਹ ਇੱਕੋ ਕੁਐਸਚਨ ਨੂੰ ਲੈ ਕੇ ਆਈਆਂ। ਸੋ ਉਸ ਕੁਐਸਚਨ ਨੂੰ ਅੱਜ ਮੈਂ ਪਹਿਲ ਦੇ ਆਧਾਰ ਦੇ ਉੱਤੇ ਟੈਕਲ ਕਰਨ ਦੀ ਕੋਸ਼ਿਸ਼ ਕਰੂੰਗੀ। ਕੁਐਸਚਨ ਹੈਗਾ ਜੀ, ਕੁਡ ਯੂ ਪਲੀਜ਼ ਐਕਸਪਲੇਨ। ਇਹ ਮੈਂ ਬਲਜਿੰਦਰ ਸਿੰਘ ਹੋਣਾ ਨੇ ਜੋ ਸਾਨੂੰ ਈਮੇਲ ਲਿਖੀ, ਮੈਂ ਉਹ ਐਜ਼ ਇਟ ਇਜ਼ ਪੜ੍ਹ ਰਹੀ ਹਾਂ। ਅਦਰਵਾਈਜ਼ ਸੇਮ ਕੁਐਸਚਨ ਸੁਖਦੇਵ ਸਿੰਘ ਹੋਣਾ ਨੇ ਵੀ ਪੁੱਛਿਆ, ਤਜਿੰਦਰ ਸਿੰਘ ਹੋਣਾ ਨੇ ਵੀ ਪੁੱਛਿਆ, ਹਰਕੀਰਤ ਕੌਰ ਨੇ ਵੀ ਪੁੱਛਿਆ। ਇਸ ਤਰੀਕੇ ਨਾਲ ਹੋਰ ਵੀ ਸੰਗਤ ਦੇ ਵਿੱਚੋਂ ਹੈ ਜਿਨ੍ਹਾਂ ਨੇ ਸੇਮ ਕੁਐਸਚਨ ਪੁੱਛਿਆ। ਮੈਂ ਪੜ੍ਹ ਉਹੀ ਇੱਕੋ ਸਵਾਲ ਰਹੀ ਹਾਂ। ਕੁਡ ਯੂ ਪਲੀਜ਼ ਐਕਸਪਲੇਨ ਵਾਈ ਮੋਸਟ ਆਫ ਦ ਪੀਪਲ ਯੂਜ਼ਿੰਗ ਦੀ ਵਰਡ ਗੁਰੂ ਘਰ ਇੰਸਟੈਡ ਆਫ ਗੁਰਦੁਆਰਾ। Please explain if both words have the same meaning, and if the meaning is same, why the word Guru Ghar is never written on any of the religious buildings as the word Gurdwara is seen on all the religious buildings. ਇਹ ਬੜਾ ਇੰਟਰਸਟਿੰਗ ਕੁਐਸਚਨ ਹੈ। ਕੁਐਸਚਨ ਸੇਮ ਹੀ ਆ ਸਾਰਿਆਂ ਦਾ, ਲੇਕਿਨ ਥੋੜ੍ਹੇ ਜਿਹੇ ਟਵਿਸਟ ਐਂਡ ਟਰਨਸ ਆ। ਕਿਸੇ ਨੇ ਸਿਰਫ ਇਹ ਪੁੱਛਿਆ ਕਿ ਗੁਰੂ ਘਰ ਗੁਰਦੁਆਰੇ ਦੇ ਲਈ ਗੁਰੂ ਘਰ ਵਰਤਣਾ ਠੀਕ ਹੈ। ਕਿਸੇ ਨੇ ਇਹ ਵੀ ਲਿਖਿਆ ਕਿ ਉਹ ਖੁਦ ਵੀ ਸੰਗਤ ਨੂੰ ਇਸ ਬਾਰੇ ਦੱਸਦੇ ਰਹੇ ਨੇ ਕਿ ਗੁਰਦੁਆਰਾ ਵਰਡ ਹੈ, ਗੁਰੂ ਘਰ ਵਰਡ ਨਹੀਂ ਹੈਗਾ। ਬਟ ਐਨੀ ਹਾਓ, ਸੋ ਇਸ ਤਰੀਕੇ ਨਾਲ ਬਹੁਤ ਸਾਰੇ ਕੁਐਸਚਨਸ ਨੇ। ਆਪਾਂ ਇਹਨੂੰ ਇੱਕ ਟੋਟੈਲਿਟੀ ਦੇ ਵਿੱਚ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਹੈ, ਕਿਵੇਂ ਹੈ। ਕਿਉਂਕਿ ਇਹ ਸਵਾਲ ਕਿਰਦਾਰੇ ਖਾਲਸਾ ਦੇ ਥਰੂ ਮੈਨੂੰ ਪੁੱਛਿਆ ਗਿਆ, ਮੈਂ ਆਪਣੀ ਮਤ ਮੁਤਾਬਕ ਅਤੇ ਜਿੰਨਾ ਕੁ ਗੁਰੂ ਸਾਹਿਬ ਮੈਨੂੰ ਹੁਕਮ ਦੇਣਗੇ ਉਹਨਾਂ ਕੁ ਮੈਂ ਬੋਲਣ ਦੀ ਕੋਸ਼ਿਸ਼ ਕਰੂੰਗੀ। ਜੇਕਰ ਤੁਹਾਡੇ 'ਚੋਂ ਕਿਸੇ ਨੂੰ ਲੱਗੇ ਕਿ ਕੋਈ ਊਣਤਾਈ ਰਹਿ ਗਈ ਹੈ ਜਾਂ ਮੈਂ ਕੋਈ ਗੱਲ ਗਲਤ ਬੋਲੀ ਹੈ ਜਾਂ ਇਹਦੇ ਵਿੱਚ ਕੁਝ ਹੋਰ ਐਡੀਸ਼ਨਸ ਵੀ ਹੋਣੀਆਂ ਚਾਹੀਦੀਆਂ ਸੀ ਜੋ ਮੇਰਾ ਆਨਸਰ ਹੋਊਗਾ, ਤਾਂ ਤੁਸੀਂ ਮੈਨੂੰ ਜ਼ਰੂਰ ਈਮੇਲ ਦੇ ਉੱਤੇ ਲਿਖ ਕੇ ਜ਼ਰੂਰ ਭੇਜਿਓ ਤਾਂ ਕਿ ਮੈਂ ਅਗਲੀ ਵਾਰੀ ਇਹਨੂੰ ਹੋਰ ਰੈਕਟੀਫਾਈ ਕਰ ਸਕਾਂ। ਕਿਉਂਕਿ ਇਹ ਜਿਹੜਾ ਪਲੇਟਫਾਰਮ ਹੈ ਕਿਰਦਾਰੇ ਖਾਲਸਾ ਦਾ, ਇੱਕ ਡਿਸਕਸ਼ਨ ਦਾ ਪਲੇਟਫਾਰਮ ਹੈ। ਮੈਂ ਬਿਲਕੁਲ ਨਹੀਂ ਚਾਹੁੰਦੀ ਕਿ ਮੈਂ ਇਕੱਲੀ ਆਵਾਂ, ਇਕੱਲੀ ਬੋਲ ਕੇ ਔਰ ਚਲੀ ਜਾਇਆ ਕਰਾਂ ਅਤੇ ਉਸ ਤੋਂ ਬਾਅਦ ਉਹਦਾ ਕੋਈ ਅੱਗੇ ਕਮਿਊਨੀਕੇਸ਼ਨ ਨਾ ਹੋਵੇ। ਜੇਕਰ ਮੈਂ ਕਿ ਤੁਹਾਨੂੰ ਲੱਗੇ ਕਿ ਇਹ ਬਿਲਕੁਲ ਗਲਤ ਬੋਲਦੀ ਪਈ ਆ ਤਦ ਵੀ ਮੈਨੂੰ ਤੁਸੀਂ ਦੱਸ ਸਕਦੇ ਹੋ। ਜੇ ਤੁਹਾਨੂੰ ਲੱਗੇ ਕਿ ਕੁਝ ਕਮੀ ਰਹਿ ਗਈ ਹੈ ਤਦ ਵੀ ਦੱਸ ਸਕਦੇ ਹੋ। ਖੈਰ, ਆਪਾਂ ਆਉਂਦੇ ਹਾਂ ਆਨਸਰ ਦੇ ਉੱਤੇ। ਮੈਂ ਇਹ ਗੱਲ ਸ਼ਾਇਦ ਬਹੁਤ ਵਾਰ ਬੋਲੀ ਹੈ, ਮੈਂ ਅੱਜ ਵੀ ਇੱਥੋਂ ਹੀ ਸ਼ੁਰੂ ਕਰੂੰਗੀ ਕਿ ਸਾਡੇ ਸਾਰਿਆਂ ਦੇ ਲਈ ਸਾਡਾ ਜੀਂਦਾ ਗੁਰੂ ਹੈ, ਸਾਡੇ ਕੋਲ ਲਿਵਿੰਗ ਗੁਰੂ ਪਿਆ ਹੈ। ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ, ਗੁਰੂ ਮਹਾਰਾਜ ਦੇ ਹੁੰਦਿਆਂ ਹੋਇਆਂ ਜੇ ਸਾਨੂੰ ਸਾਡੇ ਸਵਾਲਾਂ ਦੇ ਜਵਾਬ ਕਿਸੇ ਹੋਰ ਕੋਲੋਂ ਲੱਭਣੇ ਪੈਣ ਤਾਂ ਮੈਨੂੰ ਲੱਗਦਾ ਹੈ ਕਿ ਆਪਣੇ ਆਪ ਵਿੱਚ ਇੱਕ ਬੜੀ ਹਾਸੋਹੀਣੀ ਸਥਿਤੀ ਹੈ।
ਸਾਡੇ ਕੋਲ ਸਾਡੇ ਗੁਰੂ ਮੌਜੂਦ ਨੇ। ਅਸੀਂ ਸਾਡੇ ਕੋਲ ਪਹਿਲਾ ਜਿਹੜਾ ਦੁਆਰ ਹੈ ਜਿੱਥੇ ਅਸੀਂ ਜਾ ਕੇ ਆਪਣਾ ਸਵਾਲ ਪੁੱਛਣਾ, ਉਹ ਗੁਰੂ ਦਾ ਦੁਆਰ ਹੈ, ਉਹ ਸਾਡਾ ਗੁਰੂ ਹੈ। ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਰ ਇੱਕ ਸਵਾਲ ਦਾ ਜਵਾਬ ਦਿੰਦੇ ਨੇ। ਮੈਂ ਪਹਿਲਾਂ ਵੀ ਬਹੁਤ ਵਾਰ ਕਿਹਾ ਕਿ ਸਾਡਾ ਜਿਹੜਾ ਫੁਰਕਾਨ ਹੈ, ਜੋ ਸਾਡਾ ਪੈਰਾਮੀਟਰ ਹੈ ਟੂ ਟੈਸਟ ਦੀ ਔਥੈਂਟਿਸਿਟੀ, ਕਿਸੇ ਚੀਜ਼ ਦੀ ਵੀ ਔਥੈਂਟਿਸਿਟੀ ਨੂੰ, ਜਾਂ ਉਹ ਕਿੰਨਾ ਕੁ ਠੀਕ ਹੈ ਕਿੰਨਾ ਕੁ ਗਲਤ ਹੈ, ਉਹਨੂੰ ਟੈਸਟ ਕਰਨ ਦੇ ਲਈ ਜੋ ਪੈਰਾਮੀਟਰ ਹੈ, ਜੋ ਫੁਰਕਾਨ ਹੈ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ। ਅੱਜ ਵੀ ਜਿਹੜਾ ਇਸ ਸਵਾਲ ਦਾ ਜਵਾਬ ਹੈ ਉਹ ਆਪਾਂ ਉੱਥੋਂ ਹੀ ਸ਼ੁਰੂ ਕਰਾਂਗੇ। ਮੈਂ ਇੱਕ ਵਾਰੀ ਸਵਾਲ ਜਿਹੜਾ ਉਹ ਪੰਜਾਬੀ 'ਚ ਵੀ ਦੁਹਰਾ ਦਿੰਦੀ ਹਾਂ। ਸਵਾਲ ਇਹ ਹੈ ਕਿ ਕਿਆ ਗੁਰਦੁਆਰੇ ਦੇ ਲਈ ਗੁਰੂ ਘਰ ਵਰਡ ਜਿਹੜਾ ਬੋਲ ਦੇਣਾ ਇਹ ਠੀਕ ਹੈ? ਅਗਰ ਇਹ ਠੀਕ ਹੈ ਤੇ ਕਿਆ ਦੋਨਾਂ ਅੱਖਰਾਂ ਦਾ ਸੇਮ ਹੀ ਮਤਲਬ ਹੈ? ਅਗਰ ਸੇਮ ਹੀ ਮਤਲਬ ਹੈ ਤਾਂ ਫਿਰ ਗੁਰਦੁਆਰਿਆਂ ਦੀ ਜਿਹੜੀਆਂ ਬਿਲਡਿੰਗਸ ਨੇ ਉਹਨਾਂ ਉੱਤੇ ਗੁਰਦੁਆਰਾ ਕਿਉਂ ਲਿਖਿਆ ਹੁੰਦਾ, ਗੁਰੂ ਘਰ ਕਿਉਂ ਨਹੀਂ ਲਿਖਿਆ ਜਾਂਦਾ? ਇਹ ਸਵਾਲ ਹੈ। ਆਪਾਂ ਇਹਨੂੰ ਸਟੈਪ ਬਾਏ ਸਟੈਪ ਲੈਂਦੇ ਹਾਂ। ਸੋ ਸਭ ਤੋਂ ਪਹਿਲੀ ਗੱਲ, ਜਦੋਂ ਅਸੀਂ ਇਹ ਪੁੱਛਾਂਗੇ ਕਿ ਕਿਆ ਇਹਨਾਂ ਦੋਨਾਂ ਅੱਖਰਾਂ ਦਾ ਮਤਲਬ ਸੇਮ ਹੈ, ਕਿਆ ਗੁਰਦੁਆਰਾ ਗੁਰੂ ਘਰ ਹੀ ਹੁੰਦਾ, ਤਾਂ ਇਹ ਸਾਨੂੰ ਮੈਂ ਸਭ ਤੋਂ ਪਹਿਲਾਂ ਪੁੱਛਣ ਜਾਵਾਂਗੇ ਆਪਾਂ ਗੁਰੂ ਪਾਤਸ਼ਾਹ ਕੋਲੋਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲੋਂ ਆਪਾਂ ਪੁੱਛਾਂਗੇ ਕਿ ਗੁਰੂ ਪਾਤਸ਼ਾਹ ਸਾਨੂੰ ਕੀ ਕਹਿੰਦੇ ਨੇ, ਉਹਨਾਂ ਦਾ ਹੁਕਮ ਕੀ ਹੈ। ਜੋ ਉਹਨਾਂ ਦਾ ਹੁਕਮ ਹੈ ਉਸ ਨੂੰ ਹੀ ਆਪਾਂ ਅੱਗੇ ਲੈ ਕੇ ਚੱਲ ਸਕਦੇ ਹਾਂ। ਮੈਂ ਆਪਣੀ ਮਰਜ਼ੀ ਨਾਲ ਕੋਈ ਸਿਧਾਂਤ ਨਹੀਂ ਦੇ ਸਕਦੀ, ਤੁਸੀਂ ਆਪਣੀ ਮਰਜ਼ੀ ਨਾਲ ਸਿਧਾਂਤ ਨਹੀਂ ਦੇ ਸਕਦੇ। ਸਾਨੂੰ ਸਿਧਾਂਤ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਹੀ ਮੰਨਣਾ ਪੈਣਾ। ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਿਹੜੇ ਨੇ ਉਹ ਸਭ ਤੋਂ ਪਹਿਲਾਂ ਗੁਰਦੁਆਰਾ ਵਰਡ ਜਿਹੜਾ ਹੈ ਉਹ ਯੂਜ਼ ਕਰਦੇ ਨੇ। ਉਹ ਬੋਲਦੇ ਨੇ ਸੱਚ ਸਲਾਹੀ ਧੰਨ ਗੁਰਦੁਆਰ। ਸੱਚ ਸਲਾਹੀ ਧੰਨ ਗੁਰਦੁਆਰ ਪੂਰਾ ਸ਼ਬਦ ਹੈ, ਪਰ ਸਿਰਫ ਮੈਂ ਇੰਨੀ ਕੀ ਇੱਕ ਜਿਹੜੀ ਤੁਕ ਹੈ ਉਹ ਲਈ ਹੈ, ਸਿਰਫ ਇਹ ਦੱਸਣ ਨੂੰ ਕਿ ਗੁਰੂ ਨਾਨਕ ਪਾਤਸ਼ਾਹ ਨੇ ਗੁਰਦੁਆਰ ਜਿਹੜਾ ਵਰਡ ਹੈ, ਗੁਰਦੁਆਰ, ਇਹ ਵਰਡ ਯੂਜ਼ ਕੀਤਾ। ਉਸ ਤੋਂ ਬਾਅਦ ਗੁਰੂ ਅਮਰਦਾਸ ਪਾਤਸ਼ਾਹ ਨੇ ਵੀ ਯੂਜ਼ ਕੀਤਾ, ਜੋ ਕਿ ਹੁਣ ਪੂਰੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੈ। ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜ਼ਰੀਏ, ਜਾਂ ਇਹ ਕਹਿ ਲਈਏ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਹਰ ਵਾਰ ਜਦੋਂ ਵੀ ਅਸੀਂ ਅਖੰਡ ਪਾਠ ਕਰਦੇ ਹਾਂ ਜਾਂ ਅਸੀਂ ਪਾਠ ਕਰਦੇ ਹਾਂ ਤਾਂ ਉਸ ਵੇਲੇ ਸਾਨੂੰ ਹੁਕਮ ਦਿੰਦੇ ਨੇ ਕਿ ਸਾਡੇ ਲਈ ਜੋ ਅੱਖਰ ਹੈ ਉਹ ਗੁਰਦੁਆਰਾ ਹੈ, ਗੁਰੂ ਘਰ ਨਹੀਂ ਹੈ। ਉਹ ਕਿੱਦਾਂ ਹੈ ਉਹਦੇ ਬਾਰੇ ਵੀ ਆਪਾਂ ਡਿਸਕਸ ਕਰਾਂਗੇ। ਗੁਰੂ ਅਮਰਦਾਸ ਪਾਤਸ਼ਾਹ ਬੋਲਦੇ ਨੇ, ਕਰ ਕਿਰਪਾ ਜਿਨ ਨਾਮ ਲਏ ਹੈ ਸੇ ਹਰ ਹਰ ਸਦਾ ਧਿਆਵੇ, ਜਿਸਨੂੰ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰੇ ਸੁਖ ਪਾਵੇ। ਹੁਣ ਇੱਥੇ ਨਾ ਇੱਕਦਮ ਆਪਾਂ ਡੋਂਟ ਜੰਪ ਟੂ ਕਨਕਲੂਜਨ, ਇੱਕਦਮ ਕਨਕਲੂਜਨ ਵੱਲ ਨਾ ਜਾਇਓ ਕਿ ਲੈ ਸਿਰਫ ਗੁਰਦੁਆਰੇ ਜਾਣ ਵਾਲੇ ਨੂੰ ਹੀ ਸੁੱਖ ਮਿਲਣਾ। ਇਹ ਤਾਂ ਨਹੀਂ, ਇਹਦਾ ਮਤਲਬ ਇਹ ਨਹੀਂ ਹੈ। ਇਹਨੂੰ ਆਪਣੇ ਕੋਲ ਰੱਖ ਲਿਓ। ਇਹ ਸਿਰਫ ਮੈਂ ਇੱਕ ਐਵੀਡੈਂਸ ਦਿੱਤਾ ਹੈ ਕਿ ਗੁਰੂ ਪਾਤਸ਼ਾਹ ਸਾਨੂੰ ਕਿਹੜੀ ਭਾਸ਼ਾ ਦੇ ਵਿੱਚ ਗੱਲ ਕਰ ਰਹੇ ਨੇ। ਕਿਤੇ ਵੀ ਉਹਨਾਂ ਨੇ ਗੁਰੂ ਘਰ ਵਰਡ ਨਹੀਂ ਯੂਜ਼ ਕੀਤਾ, ਉਹਨਾਂ ਨੇ ਗੁਰਦੁਆਰਾ ਹੀ ਵਰਡ ਯੂਜ਼ ਕੀਤਾ। ਬਾਕੀ ਜਿਹੜੀ ਇਹਦੇ ਪਿੱਛੇ ਸਿਧਾਂਤਕ ਗੱਲ ਹੈ ਉਹ ਆਪਾਂ ਅੱਗੇ ਡਿਸਕਸ ਜ਼ਰੂਰ ਕਰਾਂਗੇ। ਇੱਥੋਂ ਤੱਕ ਇੰਨਾ ਕੁ ਸਮਝ ਆਉਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਭਾਸ਼ਾ ਹੈ ਉਹਦੇ ਵਿੱਚ ਉਹ ਸਾਨੂੰ ਸਿਰਫ ਗੁਰਦੁਆਰਾ ਦੱਸਦੇ ਨੇ, ਗੁਰੂ ਘਰ ਨਹੀਂ ਦੱਸਦੇ। ਹੁਣ ਇਹਦੀ ਜਿਹੜੀ ਪੁਸ਼ਟੀ ਹੈ ਉਹ ਅੱਗੇ ਸਾਨੂੰ ਭਾਈ ਗੁਰਦਾਸ ਜੀ ਦੇ ਦਿੰਦੇ ਨੇ। ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਇੱਕ ਗੱਲ ਬੜੀ ਕਲੀਅਰ ਔਰ ਬੜੇ ਕ੍ਰਿਸਟਲ ਕਲੀਅਰ ਤਰੀਕੇ ਨਾਲ ਆਉਂਦੀ ਹੈ। ਉਹ ਬੋਲਦੇ ਨੇ, ਗੁਰਸਿੱਖੀ ਦਾ ਸਿੱਖਣਾ ਗੁਰਸਿੱਖ ਸਿੱਖਣ ਬੱਜਰ ਪਾਰਾ, ਗੁਰਸਿੱਖੀ ਦਾ ਲਿਖਣਾ ਲੇਖ ਅਲੇਖ ਨ ਲਿਖਣ ਹਾਰਾ, ਗੁਰਸਿੱਖੀ ਦਾ ਤੋਲਣਾ ਤੁਲ ਨ ਤੋਲ ਤੁਲੇ ਤੁਲਤਾਰਾ, ਗੁਰਸਿੱਖੀ ਦਾ ਦੇਖਣਾ ਗੁਰਮੁਖ ਸਾਧ ਸੰਗਤ ਗੁਰਦੁਆਰਾ। ਹੁਣ ਇਹਦਾ ਮਤਲਬ ਕੀ ਹੈ? ਇਹ ਪਹਿਲੀ ਗੱਲ ਤਾਂ ਹੈ, ਕਿਉਂਕਿ ਮੈਂ ਕਿਉਂ ਭਾਈ ਗੁਰਦਾਸ ਦਾ ਹਵਾਲਾ ਲਿਆ, ਕਿਉਂਕਿ ਭਾਈ ਗੁਰਦਾਸ ਦੀਆਂ ਵਾਰਾਂ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕੁੰਜੀ ਵਾਂਗੂ ਜਾਣਦੇ ਹਾਂ। ਸੋ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਸਾਨੂੰ ਸਾਫ਼-ਸਾਫ਼ ਦੱਸ ਦਿੱਤਾ ਕਿ ਮੈਂ ਗੁਰਦੁਆਰੇ ਦੇ ਵਿੱਚ ਯਕੀਨ ਕਰ ਰਿਹਾ, ਮੈਂ ਗੁਰਦੁਆਰੇ ਦਾ ਸਿਧਾਂਤ ਤੁਹਾਨੂੰ ਦੇ ਰਿਹਾ। ਗੁਰੂ ਘਰ ਦਾ ਸਿਧਾਂਤ ਅਗਰ ਉਹਨਾਂ ਨੇ ਦੇਣਾ ਹੁੰਦਾ, ਜਿਹੜਾ ਕਿ ਸਵਾਲ ਸੀ ਕਿ ਕਿਆ ਗੁਰਦੁਆਰਾ ਤੇ ਗੁਰੂ ਘਰ ਸਿਨੋਨਿਮਸ ਆ, ਕਿਆ ਇੱਕੋ ਹੀ ਅੱਖਰ ਹੈ ਜਾਂ ਇਹਨਾਂ ਦਾ ਮਤਲਬ ਇੱਕੋ ਹੀ ਹੈ, ਤਾਂ ਮੇਰੇ ਵੀਰ ਜੀ ਜੇ ਅਗਰ ਇਹ ਮਤਲਬ ਇੱਕੋ ਹੀ ਹੁੰਦਾ ਤਾਂ ਮੈਨੂੰ ਯਕੀਨ ਹੈ ਕਿ ਜਿਸ ਪਾਤਸ਼ਾਹ ਨੇ ਇੰਨੀ ਦੂਰ ਦ੍ਰਿਸ਼ਟੀ ਦੇ ਨਾਲ ਕੱਲੀ ਚੀਜ਼, ਕੱਲੀ ਦੁਨੀਆ ਦੀ ਪ੍ਰੋਬਲਮ, ਚਾਹੇ ਉਹ ਮੈਂਟਲ ਹੈਲਥ ਹੋਵੇ, ਚਾਹੇ ਉਹ ਇਮੋਸ਼ਨਲ ਹੈਲਥ ਹੋਵੇ, ਚਾਹੇ ਸਪਿਰਿਚੁਅਲ ਹੈਲਥ ਹੋਵੇ, ਚਾਹੇ ਫਿਜ਼ੀਕਲ ਹੈਲਥ ਹੋਵੇ, ਚਾਹੇ ਇਨਵਾਇਰਨਮੈਂਟਲ ਇਸ਼ੂਜ਼ ਹੋਣ, ਕੱਲੀ ਗੱਲ ਨੂੰ ਇੰਨੀ ਦੂਰ ਦ੍ਰਿਸ਼ਟੀ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਕੀਤਾ ਹੈ, ਉਸ ਪਾਤਸ਼ਾਹ ਨੇ ਜ਼ਰੂਰ ਫਿਰ ਗੁਰਦੁਆਰੇ ਦੀ ਥਾਂ ਗੁਰੂ ਘਰ ਵੀ ਕਿਤੇ ਨਾ ਕਿਤੇ ਇਸਤੇਮਾਲ ਕਰ ਲੈਣਾ ਸੀ। ਪਰ ਗੁਰੂ ਮਹਾਰਾਜ ਨੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਸਾਨੂੰ ਕਿਤੇ ਵੀ ਗੁਰਦੁਆਰੇ ਦੀ ਜਗ੍ਹਾ ਤੇ ਗੁਰੂ ਘਰ ਲਿਖਿਆ ਨਹੀਂ ਮਿਲਦਾ, ਇਸ ਕਰਕੇ ਮੈਂ ਆਪਣੇ ਗੁਰੂ ਦਾ ਹੁਕਮ ਪਛਾਣਦੇ ਹੋਏ ਗੁਰਦੁਆਰਾ ਤੇ ਗੁਰੂ ਘਰ ਦੋਨਾਂ ਨੂੰ ਇੱਕੋ ਅੱਖਰ ਮੰਨਣ ਤੋਂ ਇਨਕਾਰੀ ਹਾਂ।
ਔਰ ਇਸ ਗੱਲ ਦੀ ਜਿਹੜੀ ਪੁਸ਼ਟੀ ਹੈ ਉਹ ਭਾਈ ਗੁਰਦਾਸ ਕਰਦੇ ਨੇ। ਜਿਹੜਾ ਮੈਂ ਹੁਣੇ ਇੱਕ ਸ਼ਬਦ ਪੜ੍ਹਿਆ, ਜਿਹੜੀ ਵਾਰ ਪੜ੍ਹੀ ਹੈ, ਉਹਦੇ ਵਿੱਚ ਗੁਰਸਿੱਖੀ ਦਾ ਸਿੱਖਣਾ, ਹੁਣ ਇਹ ਬੜਾ ਇੰਪੋਰਟੈਂਟ ਹੈ। ਉਹ ਕਹਿੰਦੇ ਨੇ ਕਿ ਗੁਰਸਿੱਖ ਜੀਵਨ, ਗੁਰਸਿੱਖੀ ਮਤਲਬ ਗੁਰਸਿੱਖੀ ਦਾ ਜੀਵਨ ਜੋ ਗੁਰੂ ਮਹਾਰਾਜਾਂ ਦਾ। ਹੁਣ ਇਹਦੇ ਵਿੱਚ ਵੀ ਇੱਕ ਆਪਾਂ ਗੱਲ ਸਮਝ ਲਈਏ, ਜਦੋਂ ਆਪਾਂ ਗੁਰਸਿੱਖੀ ਕਵਾਂਗੇ ਨਾ, ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਜਿਹੜਾ ਸਿੱਖ ਜੀਵਨ ਆਪਾਂ ਅੱਜ ਦੇਖ ਰਹੇ ਹਾਂ, ਨਹੀਂ। ਇਹਦਾ ਮਤਲਬ ਹੈ ਜੋ ਗੁਰੂ ਮਹਾਰਾਜ ਦੇ ਸਿਧਾਂਤ ਉਕਰੇ, ਜੋ ਉਹਨਾਂ ਨੇ ਸਾਨੂੰ ਸਿਧਾਂਤ ਦਿੱਤੇ, ਉਹਨਾਂ ਸਿਧਾਂਤਾਂ ਨੂੰ ਕਿਸੇ ਵੀ ਤਰੀਕੇ ਨਾਲ ਅਗਰ ਸਮਝਣਾ ਹੈ ਤਾਂ ਉਹ ਗੁਰੂ ਦੇ ਚਰਨਾਂ ਵਿੱਚ ਜਾ ਕੇ ਹੀ ਸਮਝਿਆ ਜਾ ਸਕਦਾ, ਉਸ ਤੋਂ ਬਿਨਾਂ ਨਹੀਂ ਸਮਝਿਆ ਜਾ ਸਕਦਾ। ਗੁਰਸਿੱਖੀ ਦਾ ਸਿੱਖਣਾ, ਗੁਰਸਿੱਖ ਸਿੱਖਣ ਬਚਰ ਪਾਰਾ, ਕਿ ਉਹ ਸਿਰਫ ਗੁਰਸਿੱਖ ਹੀ ਸਿੱਖ ਸਕਦੇ ਨੇ, ਗੁਰਸਿੱਖਾਂ ਤੋਂ ਬਿਨਾਂ। ਹੁਣ ਗੁਰਸਿੱਖ ਦਾ ਮਤਲਬ ਕੀ? ਜਿਹੜਾ ਗੁਰੂ ਨੂੰ ਵਾਕਈ ਗੁਰੂ ਜਾਣ ਕੇ ਉਸ ਦੇ ਚਰਨਾਂ ਦੇ ਵਿੱਚ ਬੈਠ ਕੇ ਸਿੱਖੇ। ਇਹ ਨਹੀਂ ਕਿ ਆਪਣੀ ਮਨ ਮਤ ਕਿ ਮੇਰੀ ਅਕਲ ਜ਼ਿਆਦੀ ਆ, ਇਹ ਇੰਝ ਕਿੱਦਾਂ ਹੋ ਜਾਂਦਾ ਜੀ, ਉਂਝ ਕਿੱਦਾਂ ਹੋ ਜਾਂਦਾ, ਨਹੀਂ। ਜੋ ਮੇਰੇ ਗੁਰੂ ਨੇ ਫਰਮਾਇਆ ਹੈ, ਜੋ ਗੁਰੂ ਨੇ ਹੁਕਮ ਦਿੱਤਾ ਹੈ, ਗੁਰੂ ਪਾਤਸ਼ਾਹ ਨੇ ਸਾਨੂੰ ਰਿਕੁਐਸਟ ਕੋਈ ਨਹੀਂ ਕੀਤੀ। ਉਹਨਾਂ ਨੇ ਇਹ ਨਹੀਂ ਕਿਹਾ ਕਿ ਤੁਹਾਨੂੰ ਮੇਰੀ ਰਿਕੁਐਸਟ ਹੈ ਜੀ, ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨ ਲਿਓ, ਨਾ। ਉਹਨਾਂ ਨੇ ਕਿਹਾ ਸਭ ਸਿੱਖਣ ਕੋ ਹੁਕਮ ਹੈ, ਉਹਨਾਂ ਹੁਕਮ ਦਿੱਤਾ। ਤੇ ਜਿੱਥੇ ਆਪਣੇ ਕੋਲ ਹੁਕਮ ਦੀ ਗੱਲ ਆ ਜਾਂਦੀ ਆ, ਉੱਥੇ ਫਿਰ ਮੈਂ ਆਪਣੀ ਮੱਤ ਨਹੀਂ ਇਸਤੇਮਾਲ ਕਰ ਸਕਦੀ। ਸੋ ਗੁਰਸਿੱਖੀ ਨੂੰ ਜਦੋਂ ਮੈਂ ਸਮਝਣਾ ਹੈ, ਜਿਹੜਾ ਵੀ ਕੋਈ ਗੁਰਸਿੱਖੀ ਨੂੰ ਸਮਝਣਾ ਚਾਹੂਗਾ, ਉਹਨੂੰ ਗੁਰੂ ਦੇ ਚਰਨਾਂ ਦੇ ਵਿੱਚ ਬੈਠ ਕੇ ਹੀ ਸਮਝ ਆ ਸਕਦੀ ਹੈ। ਗੁਰਸਿੱਖੀ ਦਾ ਮਤਲਬ ਸਿੱਖ ਵੇ ਆਫ ਲਾਈਫ। ਜਿਹੜੇ ਸਾਰੇ ਕਹਿੰਦੇ ਆ ਨਾ ਕਿ ਸਿੱਖ ਤਾਂ ਕੋਈ ਧਰਮ ਨਹੀਂ ਜੀ, ਤਾਂ ਵੇ ਆਫ ਲਾਈਫ ਆ। ਉਹ ਜਿਹੜੀ ਉਹ ਵੇ ਆਫ ਲਾਈਫ ਹੈ ਨਾ, ਸੋ ਕਾਲਡ, ਉਹਨੂੰ ਸਮਝਣ ਦੇ ਲਈ ਵੀ ਗੁਰੂ ਦਾ ਸਿੱਖ ਹੋਣਾ ਪਊਗਾ, ਗੁਰੂ ਦੇ ਚਰਨਾਂ ਦੇ ਵਿੱਚ ਬੈਠਣਾ ਪਊਗਾ, ਆਪਣਾ ਮਨ ਬਿਲਕੁਲ ਗੁਰੂ ਨੂੰ ਅਰਪਣ ਕਰਕੇ, ਔਰ ਬਿਲਕੁਲ ਆਪਣੀ ਸੋਚ ਸਮਝ, ਜਿਹੜੀ ਚਲਾਕੀ ਵਾਲੀ ਸਮਝ ਹੈ ਨਾ, ਉਹਨੂੰ ਇੱਕ ਪਾਸੇ ਛੱਡ ਕੇ, ਵਿਵੇਕ ਬੁੱਧੀ ਨੂੰ ਨਹੀਂ, ਚਲਾਕੀ ਨੂੰ। ਕਿਉਂਕਿ ਵਿਵੇਕਤਾ ਦਾ ਗਿਆਨ ਤਾਂ ਸਾਨੂੰ, ਸਾਡਾ ਸਿਧਾਂਤ ਹੈ ਵਿਵੇਕਤਾ ਦਾ, ਵਿਵੇਕ ਬੁੱਧੀ ਨੂੰ ਜਿੰਦਾ ਰੱਖ ਕੇ, ਪਰ ਚਲਾਕੀ ਨੂੰ, ਓਵਰ ਸਮਾਰਟਨੈਸ ਨੂੰ, ਇਹਨੂੰ ਇੱਕ ਪਾਸੇ ਰੱਖ ਕੇ ਜਦੋਂ ਅਸੀਂ ਸਮਝਾਂਗੇ ਗੁਰੂ ਮਹਾਰਾਜ ਦੀ ਗੱਲ, ਤਾਂ ਫਿਰ ਗੁਰਸਿੱਖੀ ਦੇ ਜੀਵਨ ਨੂੰ ਸਮਝਿਆ ਜਾ ਸਕਦਾ। ਅੱਗੇ ਉਹ ਕਹਿੰਦੇ ਨੇ ਗੁਰਸਿੱਖੀ ਦਾ ਲਿਖਣਾ ਲੇਖ ਅਲੇਖ ਨਾ ਲਿਖਣ ਹਾਰਾ, ਕਿ ਗੁਰਸਿੱਖੀ ਦਾ ਜਿਹੜਾ ਜੀਵਨ ਹੈ ਉਹਨੂੰ ਕਦੀ ਲਿਖਿਆ ਨਹੀਂ ਜਾ ਸਕਦਾ। ਉਹ ਕਿਉਂ ਨਹੀਂ ਲਿਖਿਆ ਜਾ ਸਕਦਾ? ਕਿਉਂਕਿ ਉਹ ਸੋਚਾਂ ਤੋਂ ਪਰੇ ਹੈ। ਫਿਰ ਜਦੋਂ ਹੁਣ ਇਸ ਨੂੰ ਥੋੜ੍ਹਾ ਜਿਹਾ ਹੋਰ ਸਮਝਣ ਦੀ ਕੋਸ਼ਿਸ਼ ਕਰਿਓ ਜੇ, ਕਿੱਦਾਂ ਪਰੇ ਹੈ। ਜਦੋਂ ਅਸੀਂ ਅੱਜ ਬੈਠੇ ਹਾਂ ਨਾ, ਜਦੋਂ ਸਾਡੇ ਵਿੱਚ ਉਹ ਜਿਹੜਾ ਗੁਰੂ ਮਹਾਰਾਜ ਨੇ ਸਾਨੂੰ ਸਿਧਾਂਤ ਦਿੱਤੇ ਆ, ਜਦੋਂ ਅਸੀਂ ਸਿਧਾਂਤ ਆਪਣੇ 'ਚੋਂ ਮਾਈਨਸ ਕਰ ਲਏ ਆ, ਤਾਂ ਅਸੀਂ ਸੋਚਦੇ ਹਾਂ ਕਿ ਮੈਂ ਸਿੱਖ ਹਾਂ, ਪਰ ਮੈਂ ਸਿਧਾਂਤਾਂ 'ਤੇ ਨਹੀਂ ਹਾਂ। ਸਿੱਖ ਹੋਣਾ ਤੇ ਸਿਧਾਂਤਾਂ ਦੇ ਉੱਤੇ ਨਾ ਹੋਣਾ, ਇਹ ਦੋਨੋਂ ਚੀਜ਼ਾਂ ਇਕੱਠੀਆਂ ਨਹੀਂ ਚੱਲ ਸਕਦੀਆਂ। ਆਪਾਂ ਅਗਰ ਸਿੱਖ ਹਾਂ ਤਾਂ ਗੁਰੂ ਦੇ ਹੀ ਸਿੱਖ ਹੋ ਸਕਦੇ ਹਾਂ, ਆਪਣੀ ਮਰਜ਼ੀ ਦੇ ਸਿੱਖ ਆਪਾਂ ਨਹੀਂ ਹੋ ਸਕਦੇ। ਤੇ ਜਦੋਂ ਆਪਾਂ ਗੁਰੂ ਦੇ ਸਿੱਖ ਹੋਵਾਂਗੇ ਤਾਂ ਫਿਰ ਜਿਹੜੇ ਉਹਨੇ ਸਿਧਾਂਤ ਸਾਨੂੰ ਦਿੱਤੇ ਨੇ, ਜੋ ਗੁਰੂ ਮਹਾਰਾਜ ਨੇ ਸਾਨੂੰ ਸਿਧਾਂਤ ਦਿੱਤੇ ਨੇ, ਉਹਨਾਂ ਸਿਧਾਂਤਾਂ 'ਤੇ ਚੱਲਦਿਆਂ ਜੋ ਸਿੱਖ ਵੇ ਆਫ ਲਾਈਫ ਬਣੂਗਾ, ਉਸ ਵੇ ਆਫ ਲਾਈਫ ਨੂੰ ਕਿਸੇ ਤਰੀਕੇ ਨਾਲ ਵੀ ਲਿਖਿਆ ਨਹੀਂ ਜਾ ਸਕਦਾ। ਇਹੀ ਕਾਰਨ ਹੈ ਕਿ ਸਾਡੇ ਵਰਗੇ ਕੱਚੇ ਪਿੱਲੇ ਜਿਹੜੇ ਨੇ ਉਹ ਅੱਜ ਇਹ ਸਵਾਲ ਕਰਦੇ ਨੇ ਕਿ ਇੰਝ ਕਿੱਦਾਂ ਹੋ ਗਿਆ, ਘੋੜੀਆਂ ਦੀਆਂ ਕਾਠੀਆਂ 'ਤੇ ਕਿੱਦਾਂ ਸੌਂ ਜਾਂਦੇ ਸੀ, ਇਹ ਕਿਵੇਂ ਹੋ ਗਿਆ ਕਿ ਉਹ ਮੁੱਠੀ ਭਰ ਜਿਹੜੇ ਛੋਲਿਆਂ ਦੇ ਦਾਣਿਆਂ ਦੇ ਨਾਲ ਹੀ ਆਪਣਾ ਢਿੱਡ ਭਰ ਕੇ ਆਪਣਾ ਗੁਜ਼ਾਰਾ ਕਰਕੇ ਤੇ ਜੰਗਾਂ ਯੁੱਧਾਂ ਵਿੱਚ ਵੀ ਉਹ ਲੜਦੇ ਰਹੇ ਨੇ, ਇਹ ਕਿਵੇਂ ਹੋ ਗਿਆ? ਇਹ ਐਵੇਂ ਹੋ ਗਿਆ ਕਿਉਂਕਿ ਉਹ ਆਪਣੇ ਗੁਰੂ ਨੂੰ ਸਮਰਪਿਤ ਸੀ। ਉਹ ਆਪਣੀ ਮੱਤ ਨੂੰ, ਆਪਣੀ ਅਕਲ ਨੂੰ ਜਾਂ ਆਪਣੀ ਚਲਾਕੀ ਨੂੰ ਸਮਰਪਿਤ ਨਹੀਂ ਸੀ ਕਿ ਅੱਜ ਮੈਨੂੰ ਇੱਥੋਂ ਫਾਇਦਾ ਮਿਲਦਾ ਤੇ ਮੈਂ ਇੱਧਰ ਚੱਲ ਜਾਂ, ਕੱਲ੍ਹ ਨੂੰ ਮੈਨੂੰ ਕਿਤੋਂ ਹੋਰੋਂ ਮਿਲੂਗਾ, ਮੈਂ ਉੱਥੋਂ ਚੱਲ ਜਾਊਂਗਾ, ਗੁਰੂ ਨੂੰ ਕਿਹੜਾ ਪਤਾ ਲੱਗਦਾ। ਉਹ ਇੱਦਾਂ ਨਹੀਂ ਸੀ। ਸੋ ਗੁਰਸਿੱਖੀ, ਮੇਰਾ ਇਸ ਗੱਲ ਦੇ ਉੱਤੇ ਬਾਰ-ਬਾਰ ਇੰਪੈਕਟ ਕਰਨ ਦਾ ਜਾਂ ਬਾਰ-ਬਾਰ ਬੋਲਣ ਦਾ ਕਾਰਨ ਕੀ ਹੈ ਕਿ ਆਪਾਂ ਇਹਨੂੰ ਕਨਫਿਊਜ਼ ਨਾ ਕਰ ਲਈਏ, ਕਿਉਂਕਿ ਜਦੋਂ ਆਪਾਂ ਗੁਰਦੁਆਰੇ ਦੀ ਗੱਲ ਕਰਾਂਗੇ ਤਾਂ ਉੱਥੇ ਫਿਰ ਆਪਣੇ ਕੋਲ ਕਨਫਿਊਜ਼ਨ ਆਊਗੀ। ਸੋ ਗੁਰਸਿੱਖੀ ਦਾ ਜੀਣਾ ਜਿਹੜਾ ਹੈ, ਗੁਰਸਿੱਖੀ ਜੀਵਨ ਜਿਹੜਾ ਹੈ, ਉਹਨੂੰ ਨਾ ਤਾਂ ਗੁਰੂ ਦੀ ਰਹਿਮ ਤੋਂ ਬਿਨਾਂ, ਗੁਰੂ ਪ੍ਰਸਾਦ ਤੋਂ ਬਿਨਾਂ ਸਮਝਿਆ ਜਾ ਸਕਦਾ, ਨਾ ਉਸ ਨੂੰ ਕਿਤੇ ਲਿਖਿਆ ਜਾ ਸਕਦਾ। ਜੇ ਕੋਈ, ਉਹ ਕਹਿੰਦੇ ਨੇ ਗੁਰਸਿੱਖੀ ਦੀ ਤੋਲਣਾ, ਕਿ ਉਹਨੂੰ ਕਿਤੇ ਕੋਈ ਵੀ ਐਸਾ ਵੇਟ, ਕੋਈ ਵੀ ਐਸਾ ਵੇਇੰਗ ਮੈਜਰ ਨਹੀਂ ਬਣਿਆ ਜਿਹੜਾ ਉਹਨੂੰ ਨਾਪ ਲਵੇ ਕਿ ਇੰਨੀ ਕੁ ਗੁਰਸਿੱਖੀ ਬਹੁਤ ਆ, ਨਹੀਂ। ਕਿੱਦਾਂ ਹੋਊਗਾ? ਗੁਰਸਿੱਖੀ ਦਾ ਦੇਖਣਾ, ਜੇ ਵਾਕਈ ਹੀ ਗੁਰਸਿੱਖੀ ਦੇ ਜੀਵਨ ਨੂੰ ਦੇਖਣਾ ਹੈ ਤਾਂ ਉਹ ਕਿੱਥੇ ਦੇਖਿਆ ਜਾ ਸਕਦਾ? ਉਹ ਕਹਿੰਦੇ ਨੇ ਗੁਰਮੁਖ ਸਾਧ ਸੰਗਤ ਗੁਰਦੁਆਰਾ, ਕਿ ਉਹ ਗੁਰਮੁਖਾਂ ਦੀ ਸਾਧ ਸੰਗਤ ਦੇ ਵਿੱਚ ਗੁਰਸਿੱਖੀ ਜੀਵਨ ਨੂੰ ਦੇਖਿਆ ਜਾ ਸਕਦਾ ਔਰ ਗੁਰਦੁਆਰੇ ਦੇ ਵਿੱਚ ਦੇਖਿਆ ਜਾ ਸਕਦਾ। ਹੁਣ ਇੱਥੇ ਕੁਐਸਚਨ ਆ ਜਾਣਾ ਹੈ, ਕਿਉਂਕਿ ਬਹੁਤ ਜਿਹੜੇ ਆਪਾਂ ਕਿੰਤੂ ਪ੍ਰੰਤੂ ਕਰਦੇ ਹਾਂ, ਆਪਾਂ ਉਹਨਾਂ ਦਾ ਸਵਾਲ ਇਹ ਆਉਣਾ ਕਿ ਮਤਲਬ ਗੁਰਦੁਆਰੇ ਤੋਂ ਬਾਹਰ ਗੁਰਸਿੱਖੀ ਨਹੀਂ ਹੈਗੀ।
ਉਥੋਂ ਉੱਥੇ ਆਪਾਂ ਆਵਾਂਗੇ। ਥੋੜ੍ਹਾ ਜਿਹਾ ਉਹਦੇ 'ਤੇ ਮੈਨੂੰ ਟਾਈਮ ਦਿਓ, ਥੋੜ੍ਹਾ ਜਿਹਾ ਆਪਾਂ ਅੱਗੇ ਚੱਲ ਕੇ ਉਹਦੇ 'ਤੇ ਗੱਲ ਕਰਦੇ ਹਾਂ। ਸਿਰਫ ਆਪਾਂ ਇੱਥੇ ਲਿਟਰਲ ਮੀਨਿੰਗ ਲਈਏ ਤਾਂ ਗੁਰਦੁਆਰਾ ਜਿਹੜਾ ਹੈ, ਜੇ ਵਾਕਈ ਗੁਰਸਿੱਖੀ ਜੀਵਨ ਵੇਖਣਾ, ਆਪਾਂ ਥੋੜ੍ਹਾ ਜਿਹਾ ਆਪਣੇ ਆਪ ਵੱਲ ਝਾਤੀ ਮਾਰੀਏ ਤਾਂ ਜਦੋਂ ਅਸੀਂ ਗੁਰਦੁਆਰੇ ਦੇ ਅੰਦਰ ਹੁੰਦੇ ਹਾਂ ਅਸੀਂ ਕੁਝ ਹੋਰ ਹੁੰਦੇ ਹਾਂ, ਗੁਰਦੁਆਰੇ ਦੇ ਬਾਹਰ ਆ ਕੇ ਆਪਾਂ ਕੁਝ ਹੋਰ ਹੋ ਜਾਂਦੇ ਹਾਂ। ਉਹ ਬੇਹੱਦ ਪਾਪੀ ਰੂਹਾਂ ਨੇ ਮੇਰੇ ਵਰਗੀਆਂ ਜਿਹੜੀਆਂ ਗੁਰਦੁਆਰੇ ਦੇ ਅੰਦਰ ਜਾ ਕੇ ਵੀ ਨਹੀਂ ਬਦਲਦੀਆਂ। ਨਹੀਂ ਤੇ ਬਹੁਤਾਤ ਦੇ ਵਿੱਚ ਮੈਨੂੰ ਜਿਹੜੇ ਮੇਰੇ ਨੌਨ ਸਿੱਖ ਦੋਸਤ ਜਾਂ ਭੈਣ ਭਰਾ ਜਿਹੜੇ ਮੈਨੂੰ ਮਿਲੇ ਨੇ ਔਰ ਜਿਹੜੇ ਮੇਰੇ ਨਾਲ ਗੁਰਦੁਆਰੇ ਜਾਂਦੇ ਨੇ, ਤਾਂ ਉਹ ਕਹਿੰਦੇ ਨੇ ਕਿ ਇਹੀ ਜਿਹੜਾ ਇਹਨਾਂ ਦਾ ਵਿਹਾਰ ਹੈ ਇਹ ਗੁਰਦੁਆਰੇ ਤੋਂ ਬਾਹਰ ਕਿਉਂ ਨਹੀਂ ਹੁੰਦਾ। ਮੈਂ ਉਹਨਾਂ ਨੂੰ ਬੜੀ ਵਾਰੀ ਪੁੱਛਿਆ ਕਿ ਕੀ ਮਤਲਬ ਤੁਹਾਡਾ, ਕੀ ਕਹਿਣਾ ਚਾਹੁੰਦੇ ਹੋ। ਕਹਿੰਦੇ ਕਿ ਦੇਖੋ, ਇੱਥੇ ਜਦੋਂ ਹੀ ਕਿਸੇ ਨੂੰ ਲੰਗਰ ਪ੍ਰਸ਼ਾਦਾ ਫੜਾਉਂਦੇ ਨੇ, ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਹਿ ਕੇ ਬੋਲਦੇ ਨੇ, ਇੱਕ ਦੂਜੇ ਨਾਲ ਕਿੰਨੀ ਨਿਮਰਤਾ ਦੇ ਵਿੱਚ ਆ। ਪਰ ਜਿਵੇਂ ਹੀ ਗੁਰਦੁਆਰਾ ਸਾਹਿਬ ਤੋਂ ਬਾਹਰ ਜਾਂਦੇ ਨੇ ਕੁਝ ਹੋਰ ਹੀ ਹੋ ਜਾਂਦੇ ਆ। ਇਹ ਕਿਉਂ ਹੋ ਜਾਂਦੇ ਆ? ਸੋ ਇਹ ਮੈਂ ਇਹ ਲਿਟਰਲ ਮੀਨਿੰਗ ਫੜ ਕੇ ਚੱਲ ਰਹੀ ਹਾਂ, ਕਿਉਂਕਿ ਗੁਰੂ ਉਸ ਜਗ੍ਹਾ ਦੇ ਅੰਦਰ ਹਜੇ ਵੀ ਕਿਤੇ ਨਾ ਕਿਤੇ ਸਿਧਾਂਤ ਜਿਹੜਾ ਹੈ ਉਹ ਜੀਂਦਾ ਹੈ ਕਿਤੇ ਨਾ ਕਿਤੇ। ਜਿਵੇਂ ਜਿਵੇਂ ਆਪਾਂ ਉਸ ਸਿਧਾਂਤ ਨੂੰ ਗੁਰਦੁਆਰੇ ਤੋਂ ਦੂਰ ਕਰਦੇ ਜਾਵਾਂਗੇ ਜਾਂ ਗੁਰਦੁਆਰੇ ਨੂੰ ਗੁਰੂ ਘਰ ਬਣਾਉਂਦੇ ਜਾਵਾਂਗੇ, ਉਵੇਂ ਉਵੇਂ ਆਪਾਂ ਉਹ ਵੀ ਜਿਹੜੀ ਆ ਉਹ ਰਹਿਤ ਵੀ ਜਿਹੜੀ ਆ, ਜਿਹੜਾ ਗੁਰਸਿੱਖੀ ਜੀਵਨ ਆ ਉਹ ਉੱਥੇ ਵੀ ਸਾਨੂੰ ਦਿਖਣਾ ਬੰਦ ਹੁੰਦਾ ਜਾਊਗਾ। ਇਸ ਗੱਲ ਨੂੰ ਆਪਾਂ ਸਮਝੀਏ। ਹੁਣ ਆਪਾਂ ਅੱਗੇ ਚੱਲਦੇ ਹਾਂ ਤਾਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਮਹਾਰਾਜ ਬਾਰ-ਬਾਰ ਜਿਹੜੇ, ਕਿਉਂਕਿ ਪਹਿਲਾਂ ਗੁਰੂ ਪਾਤਸ਼ਾਹ ਵੀ ਇਹੀ ਬੋਲਦੇ ਨੇ, ਫਿਰ ਭਾਈ ਗੁਰਦਾਸ ਵੀ ਇਹੀ ਬੋਲਦੇ ਨੇ ਕਿ ਗੁਰਦੁਆਰੇ ਨੂੰ ਇੰਨਾ ਮਹੱਤਵ ਦਿੱਤਾ ਗਿਆ। ਹੁਣ ਆਪਾਂ ਸਮਝਦੇ ਹਾਂ ਕਿ ਗੁਰਦੁਆਰਾ ਤੇ ਗੁਰੂ ਘਰ ਹੈ ਕੀ, ਡਿਫਰੈਂਸ ਕੀ ਹੈ। ਲਿਟਰਲ ਡਿਫਰੈਂਸ ਵੱਲ ਪਹਿਲਾਂ ਜਾਈਏ। ਗੁਰੂ ਘਰ ਦਾ ਮਤਲਬ ਬਣਿਆ ਗੁਰੂ ਘਰ, ਘਰ ਮਤਲਬ ਹੋਮ ਆਫ ਗੁਰੂ, ਤੇ ਗੁਰੂਦੁਆਰਾ, ਦੁਆਰਾ ਜਿਹੜਾ ਹੈ ਇਹਦਾ ਜਿਹੜਾ ਅਰਥ ਬਣਦਾ ਉਹ ਬਣਦਾ ਗੇਟਵੇ। ਹੁਣ ਆਪ ਜੀ ਮੇਰੇ ਨਾਲ ਜਰਾ ਸਮਝਣ ਦੀ ਕੋਸ਼ਿਸ਼ ਕਰਿਓ ਜੇ, ਜਿਹੜਾ ਗੇਟਵੇ ਹੁੰਦਾ ਨਾ ਉਹਦੀ ਕੋਈ ਬਾਉਂਡਰੀ ਨਹੀਂ ਹੁੰਦੀ। ਮਤਲਬ ਆ ਗੇਟ ਆ, ਤੁਸੀਂ ਇਹਦੇ ਅੰਦਰ ਗਏ, ਉਸ ਤੋਂ ਅੱਗੇ ਬਾਉਂਡਰੀ ਲੈਸ ਹੋ ਗਿਆ, ਉਹ ਤੋਂ ਅੱਗੇ ਕੋਈ ਉਹਦੀ ਬਾਉਂਡਰੀ ਨਹੀਂ ਦੱਸੀ ਗਈ ਕਿ ਇੰਨੀ ਕੁ ਬਾਉਂਡਰੀ ਆ ਉਹਦੀ, ਇਹ ਨਹੀਂ ਦੱਸਿਆ ਗਿਆ। ਘਰ ਜਿਹੜਾ ਹੁੰਦਾ ਉਹ ਸਪੇਸ ਦੇ ਵਿੱਚ ਜਕੜਿਆ ਹੋਇਆ ਹੁੰਦਾ, ਕਿਉਂਕਿ ਘਰ ਦੀਆਂ ਕੰਧਾਂ ਵੀ ਹੋਣਗੀਆਂ, ਘਰ ਦੀ ਦੀਵਾਰ, ਬਾਉਂਡਰੀਜ਼ ਹੋਣਗੀਆਂ। ਗੇਟਵੇ ਉਹਨਾਂ ਨੇ ਦੱਸ ਦਿੱਤਾ ਕਿ ਗੁਰਦੁਆਰਾ ਗੇਟਵੇ ਹੈ, ਗੁਰੂ ਦਾ ਦੁਆਰਾ ਹੈ, ਗੁਰੂ ਤੱਕ ਪਹੁੰਚਣ ਦਾ ਜਿਹੜਾ ਹੈ ਉਹ ਗੇਟਵੇ ਹੈ। ਹੁਣ ਉਹ ਗੇਟਵੇ ਕਿੰਨਾ ਕੁ ਅੱਗੇ ਵਿਸ਼ਾਲ ਹੋ ਜਾਊਗਾ, ਉਹ ਕਿੱਥੋਂ ਤੱਕ ਉਹ ਫੈਲਿਆ ਹੋਊਗਾ, ਤਾਂ ਹੀ ਤਾਂ ਕਿਉਂਕਿ ਅੰਦਰ ਸ਼ਬਦ ਹੈ। ਗੁਰੂ ਸਾਡਾ ਕੌਣ ਹੈ? ਸ਼ਬਦ ਗੁਰੂ ਹੈ, ਔਰ ਸ਼ਬਦ ਗੁਰੂ ਕਿਸੇ ਕੰਧਾਂ ਦੇ ਵਿੱਚ ਬੰਨਿਆ ਹੋਇਆ ਨਹੀਂ ਰਹਿ ਸਕਦਾ। ਜਦੋਂ ਅਸੀਂ ਗੁਰੂ ਘਰ ਕਵਾਂਗੇ ਤਾਂ ਇਹਦਾ ਮਤਲਬ ਆਪਾਂ ਇਹ ਕਹਿ ਦਾਂਗੇ ਕਿ ਆਹੀ ਘਰ ਹੈ, ਇਹਦੇ ਵਿੱਚ ਹੀ ਸਾਡਾ ਗੁਰੂ ਹੈ, ਇਹ ਗੁਰੂ ਦਾ ਘਰ ਹੈ। ਪਰ ਸਾਡਾ ਗੁਰੂ ਤਾਂ ਸ਼ਬਦ ਹੈ, ਸ਼ਬਦ ਜੋ ਹਰ ਜਗ੍ਹਾ ਪ੍ਰਕਾਸ਼ਮਾਨ ਹੈ, ਸ਼ਬਦ ਜੋ ਹਰ ਜਗ੍ਹਾ ਦੇ ਉੱਤੇ ਹੈ। ਕੁਦਰਤ ਵੀ ਉਹੀ ਹੈ ਤੇ ਕਾਦਰ ਵੀ ਉਹੀ ਹੈ। ਜਦ ਐਸੇ ਸ਼ਬਦ ਗੁਰੂ ਦੇ ਜਦੋਂ ਅਸੀਂ ਲੜ ਲੱਗੇ ਹੋਈਏ ਤਾਂ ਉਹਦਾ ਇੱਕ ਘਰ ਨਹੀਂ ਹੋ ਸਕਦਾ। ਇਹਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ। ਗੁਰੂ ਘਰ ਕਹਿਣਾ ਯਾਨੀ ਕਿ ਹੋਮ ਆਫ ਗੁਰੂ, ਯਾਨੀ ਕਿ ਬਾਉਂਡਰੀਜ਼, ਕਿ ਆਹੀ ਬਾਉਂਡਰੀ ਹੈ। ਜਦੋਂ ਆਪਾਂ ਕਹਾਂਗੇ ਗੁਰੂਦੁਆਰਾ, ਤੇ ਦੁਆਰ ਦੇ ਵਿੱਚ ਜਿਹੜਾ ਹੈ ਉਹ ਗੇਟਵੇ ਬਣ ਜਾਂਦਾ ਕਿ ਇਹ ਗੁਰੂ ਦਾ ਦਿਸ ਇਜ਼ ਅ ਗੇਟਵੇ। ਔਰ ਉਹ ਗੁਰੂ ਜਿਹੜਾ ਸ਼ਬਦ ਹੈ ਕਿ ਉਸ ਤੋਂ ਬਾਅਦ ਤਾਂ ਉਹਦਾ ਪ੍ਰਕਾਸ਼ ਹੀ ਹੈ ਨਾ, ਕਿ ਤੁਸੀਂ ਇਸ ਦੇ ਅੰਦਰ ਗਏ ਔਰ ਉਸ ਤੋਂ ਬਾਅਦ ਪ੍ਰਕਾਸ਼ ਹੈ, ਸਿੱਧਾ ਪ੍ਰਕਾਸ਼ ਹੈ। ਹੁਣ ਸਵਾਲ ਇਹ ਆਊਗਾ ਕਿ ਕਿਆ ਗੁਰਦੁਆਰੇ ਦੇ ਅੰਦਰ ਜਾ ਕੇ ਪ੍ਰਕਾਸ਼ ਦੀ ਗੱਲ ਆਉਂਦੀ ਆ? ਇਸ ਨੂੰ ਵੀ ਆਪਾਂ ਅੱਗੇ ਡਿਸਕਸ ਕਰਾਂਗੇ। ਅਗਲੀ ਜਿਹੜੀ ਗੱਲ ਹੈ, ਹਾਂ, ਉਹ ਮੈਂ ਬੋਲ ਚੁੱਕੀ, ਕਿਉਂਕਿ ਇੱਕ ਤਾਂ ਪਹਿਲੀ ਗੱਲ ਇਹ ਆ ਜਾਂਦੀ ਹੈ ਕਿ ਸਾਡੇ ਕੋਲ ਬਾਉਂਡਰੀਜ਼ ਦੀ ਗੱਲ। ਘਰ ਸਾਨੂੰ ਬਾਉਂਡਰੀਜ਼ ਦੇ ਵਿੱਚ ਬੰਨ੍ਹਦਾ, ਦੀਵਾਰਾਂ ਦੇ ਵਿੱਚ ਬੰਨ੍ਹਦਾ। ਇਸ ਕਰਕੇ ਗੁਰੂ ਘਰ ਸ਼ਾਇਦ ਗੁਰੂ ਮਹਾਰਾਜ ਨੇ ਇਸਤੇਮਾਲ ਨਹੀਂ ਕੀਤਾ, ਕਿਉਂਕਿ ਜਿੱਥੇ ਗੁਰਦੁਆਰੇ ਦੀ ਗੱਲ ਆਊਗੀ ਤਾਂ ਉਹ ਇੱਕ ਸਿਰਫ ਐਂਟਰੈਂਸ ਹੈ, ਉਸ ਤੋਂ ਅੱਗੇ ਪੂਰਾ ਸਾਰਾ ਕੁਝ ਉਹ ਜਿਹੜਾ ਪ੍ਰਕਾਸ਼ ਹੈ ਉਹ ਖੁੱਲ੍ਹਦਾ। ਇਸ ਨੂੰ ਮੇਰੇ ਨਾਲ ਥੋੜ੍ਹਾ ਜਿਹਾ ਇਮੈਜਿਨ ਕਰਨ ਦੀ ਕੋਸ਼ਿਸ਼ ਕਰਿਓ ਜੇ। ਤਾਂ ਕਰਕੇ ਗੁਰਦੁਆਰਾ ਇਜ਼ ਮੋਰ ਪ੍ਰੋਪਰ, ਕਿਉਂਕਿ ਵੈਸੇ ਵੀ ਗੁਰੂ ਪਾਤਸ਼ਾਹ ਨੇ ਇਹੀ ਯੂਜ਼ ਕੀਤਾ, ਪਰ ਗੁਰੂ ਘਰ ਆਪਾਂ ਨਹੀਂ ਇਸਤੇਮਾਲ ਕਰ ਸਕਦੇ। ਹੁਣ ਜਿਹੜਾ ਸ਼ਬਦ ਹੈ, ਸ਼ਬਦ ਦਾ ਕੋਈ ਇੱਕ ਘਰ ਨਹੀਂ ਹੋ ਸਕਦਾ। ਹਾਂ, ਪਰ ਉਸ ਸ਼ਬਦ ਤੱਕ ਪਹੁੰਚਣ ਦੇ ਲਈ ਇੱਕ ਗੇਟਵੇ ਹੈ। ਜਿਵੇਂ ਇੱਕ ਸਕੂਲ, ਜਦੋਂ ਆਪਾਂ ਕਹੀਏ ਕਿ ਆਹ ਸਕੂਲ ਹੈ, ਤੇ ਸਕੂਲ, ਹੁਣ ਜਿਹੜੀ ਐਜੂਕੇਸ਼ਨ ਆ ਹਰ ਜਗ੍ਹਾ ਮੌਜੂਦ ਹੈ, ਪਰ ਜੇ ਆਪਾਂ ਕਹੀਏ ਕਿ ਆਹੀ ਜਿਹੜਾ ਸਕੂਲ ਹੈ, ਇਹੀ ਸਕੂਲ, ਇਹੀ ਐਜੂਕੇਸ਼ਨ ਦਾ ਘਰ ਹੈ, ਤਾਂ ਆਪਾਂ ਉੱਥੇ ਗਲਤ ਹੋ ਜਾਵਾਂਗੇ। ਇਸੇ ਤਰੀਕੇ ਨਾਲ ਅਗਰ ਆਪਾਂ ਸ਼ਬਦ ਗੁਰੂ ਦਾ ਘਰ ਕਹਿ ਦਾਂਗੇ ਤਾਂ ਆਪਾਂ ਉੱਥੇ ਉਹਨੂੰ ਬੜਾ ਛੋਟਾ ਜਿਹਾ ਕਰਕੇ ਦੇਖ ਲਵਾਂਗੇ। ਜਿਹੜਾ ਸਕੂਲ ਹੈ ਉਹ ਇੱਕ ਗੇਟਵੇ ਹੈ। ਜਦੋਂ ਬੱਚਾ ਸਕੂਲ ਦੇ ਅੰਦਰ ਜਾਂਦਾ ਉਹਦੇ ਸਾਹਮਣੇ ਪੂਰੀ ਦੁਨੀਆ ਖੁੱਲ੍ਹ ਜਾਂਦੀ ਆ, ਕਿਉਂਕਿ ਉਸ ਦੀ ਐਜੂਕੇਸ਼ਨ, ਉਹ ਨੌਲੇਜ ਉਹਨੂੰ ਪੂਰੀ ਦੁਨੀਆ ਖੋਲ੍ਹ ਦਿੰਦੀ ਆ। ਇਸੇ ਤਰੀਕੇ ਨਾਲ ਜਦੋਂ ਇੱਕ ਗੁਰਸਿੱਖ
ਗੁਰਦੁਆਰੇ ਜਾਂਦਾ ਹੈ ਤਾਂ ਉੱਥੇ ਇੱਕ ਸਪਿਰਿਚੁਅਲਿਟੀ ਦੀ ਪੂਰੀ ਦੁਨੀਆ ਖੁੱਲ੍ਹ ਜਾਂਦੀ ਹੈ। ਸਪਿਰਿਚੁਅਲਿਟੀ ਦੀ ਹੀ ਕਿਉਂਕਿ ਸਾਡਾ ਤਾਂ ਸਿਧਾਂਤ ਹੀ ਜਿਹੜਾ ਹੈ ਉਹ ਪੋਲੀਟੀਕਲ ਵੀ ਹੈ, ਉਹ ਰਿਲੀਜੀਅਸ ਵੀ ਹੈ, ਉਹ ਸਪਿਰਿਚੁਅਲ ਵੀ ਹੈ, ਉਹ ਕਲਚਰਲ ਵੀ ਹੈ, ਉਹ ਸੋਸ਼ਲ ਵੀ ਹੈ। ਹਰ ਤਰੀਕੇ ਨਾਲ ਜਿਹੜੀ ਇੱਕ ਜੋ ਵੀ ਇਸ ਦੁਨੀਆ ਨੂੰ ਚੱਲਦੇ ਰੱਖਣ ਨੂੰ ਚਾਹੀਦੇ ਹੈ ਉਹ ਸਾਰੇ ਸਿਧਾਂਤ ਗੁਰੂ ਮਹਾਰਾਜ ਸਾਨੂੰ ਸ਼ਬਦ ਗੁਰੂ ਦੇ ਰੂਪ ਦੇ ਵਿੱਚ ਦਿੰਦੇ ਨੇ। ਸੋ ਜਿਸ ਤਰੀਕੇ ਨਾਲ ਆਪਾਂ ਇਹਨੂੰ ਸਕੂਲ ਦੇ ਨਾਲ ਜੋੜ ਕੇ ਦੇਖੀਏ, ਹੁਣ ਇਹਦਾ ਸਾਡੇ ਕੋਲ ਪ੍ਰਮਾਣ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਚੋਂ ਹੀ ਸਾਨੂੰ ਮਿਲੂਗਾ। ਗੁਰੂ ਪਾਤਸ਼ਾਹ ਬੋਲਦੇ ਨੇ, ਹਰ ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਆ ਜਿਹੜਾ ਸਰੀਰ ਹੈ ਇਹ ਇੱਕ ਤਰ੍ਹਾਂ ਦੀ ਗੁਫਾ ਹੈ, ਇੱਕ ਕੇਵ ਹੈ, ਔਰ ਇਸ ਦੇ ਅੰਦਰ ਰੱਖ ਕੇ ਉਹਨੇ ਵਾਜਾ ਜਿਹੜੀ ਹਵਾ ਹੀ ਹੈ ਨਾ, ਸਾਡੇ ਅੰਦਰ ਜੋ ਹਵਾ ਹੀ ਅੰਦਰ ਬਾਹਰ ਹੁੰਦੀ ਹੈ ਔਰ ਇਹ ਆਵਾਜ਼ ਨਿਕਲਦੀ ਹੈ। ਵਜਾਇਆ ਵਾਜਾ ਪੌਣ 9 ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ। ਹੁਣ 9 ਦੁਆਰ ਕਿਹੜੇ ਨੇ? 9 ਦੁਆਰ ਉਹ ਜਿਹੜੇ ਸਾਨੂੰ ਦੁਨਿਆਵੀ, ਜਿਹੜੇ ਦੁਨੀਆ ਵੱਲ ਨੂੰ ਖੁੱਲ੍ਹਦੇ ਨੇ। ਅੱਖਾਂ ਹੋ ਗਈਆਂ, 2 ਕੰਨ ਹੋ ਗਏ, 2 ਅੱਖਾਂ ਹੋ ਗਈਆਂ, 4, 2 ਨਾਸਿਕਾਵਾਂ ਹੋ ਗਈਆਂ, 6, 1 ਜੀਵਾ ਹੋ ਗਈ, 7, ਔਰ 2 ਜਿਹੜੇ ਮਲ ਮੂਤਰ ਦੀ ਜਗ੍ਹਾ ਹੈ ਉਹ 9। ਸੋ ਇਹ 9 ਦੁਆਰ ਜਿਹੜੇ ਉਹਨਾਂ ਨੇ ਪ੍ਰਗਟ ਉਸ ਇੱਕ ਓਂਕਾਰ ਨੇ ਪ੍ਰਗਟ ਕੀਤੇ, ਪਰ 10ਵਾਂ ਜਿਹੜਾ ਹੈ ਉਹ ਉਹਨੇ ਗੁਪਤ ਰੱਖ ਲਿਆ। 10ਵਾਂ ਕਿਹੜਾ ਹੈ? ਜਿਹਨੂੰ 10ਵਾਂ ਦੁਆਰ ਕਹਿੰਦੇ ਨੇ, 10ਵਾਂ ਦੁਆਰ ਕਹਿੰਦੇ ਨੇ, ਜਿਸ ਦੇ ਖੁੱਲ੍ਹਣ ਦੇ ਨਾਲ ਜਿਹੜੀ ਯੂਨੀਵਰਸੈਲਿਟੀ ਹੈ, ਜਿਹਨੂੰ ਆਪਾਂ ਕਹਿੰਦੇ ਆ ਕਿ ਇਹ ਯੂਨੀਵਰਸ ਹੈ, ਉਹ ਸਾਡੇ ਅੰਦਰ ਹੀ ਪਿਆ, ਉਹਨੂੰ ਦੇਖਣ ਦੇ ਉਹ ਸਾਡੇ ਅੰਦਰ ਵੱਲ ਨੂੰ ਖੁੱਲ੍ਹਣਾ, ਉਹ 10ਵਾਂ ਦੁਆਰ। ਸੋ ਵਜਾਇਆ ਵਾਜਾ ਪੌਣ 9 ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ। ਗੁਰਦੁਆਰੇ ਲਾਏ ਭਾਵਨੀ ਇੱਕ ਨਾ 10ਵਾਂ ਦੁਆਰ ਦਿਖਾਇਆ। ਕਿ ਜਦੋਂ ਗੁਰਦੁਆਰੇ ਦੇ ਵਿੱਚ, ਹੁਣ ਜਦੋਂ ਉਹ ਜਿਹੜਾ ਇੱਕ ਗੁਰਸਿੱਖ ਹੈ ਉਹ ਜਦੋਂ ਗੁਰਦੁਆਰੇ ਗਿਆ, ਗੁਰਦੁਆਰਾ ਕੀ ਹੈ? ਇੱਕ ਪ੍ਰੋਪਰ ਇੰਸਟੀਟਿਊਸ਼ਨ, ਇੱਕ ਐਸਾ ਸਕੂਲ ਜਿਹਨੇ ਉਹਦੇ ਸਾਹਮਣੇ ਪੂਰੀ ਨੌਲੇਜ ਖੋਲ੍ਹ ਕੇ ਰੱਖ ਦੇਣੀ ਹੈ। ਉਹਨਾਂ ਵਿੱਚੋਂ ਵੀ ਹੁਣ ਇੱਕ ਨਾ ਕਿਹਾ ਉਹਨਾਂ ਨੇ ਕਿ ਉਹ ਜਿਹੜਾ 10ਵਾਂ ਦੁਆਰ ਹੈ ਉਹ ਵੀ ਕੁਛ ਲੋਕਾਂ ਨੂੰ ਗੁਰੂ ਮਹਾਰਾਜ ਨੇ ਗੁਰਦੁਆਰੇ ਅੰਦਰ ਜਿਹੜਾ ਹੈ ਉਹਨਾਂ ਨੂੰ ਪ੍ਰਗਟ ਕਰਕੇ ਦਿਖਾ ਦਿੱਤਾ ਕਿ ਆਹ ਤੁਹਾਡਾ 10ਵਾਂ ਦੁਆਰ ਹੈ। ਪਰ ਇਹਦੇ ਵਿੱਚ ਇੱਕ ਗੱਲ ਬੜੀ ਇੰਪੋਰਟੈਂਟ ਹੈ, ਉਹ ਹੈ ਇੱਕ ਨਾ। ਸਭਨਾਂ ਨੂੰ ਨਹੀਂ ਉਹਨਾਂ ਨੇ ਕਿਹਾ, ਉਹਨਾਂ ਨੇ ਕਿਹਾ ਇੱਕ ਨਾ ਕੁਛ। ਕਿਉਂਕਿ ਹਰ ਕੋਈ ਜੋ ਗੁਰਦੁਆਰੇ ਜਾਂਦਾ ਹੈ, ਉਹ ਗੁਰਦੁਆਰੇ ਕੋਈ ਤਾਂ ਲੰਗਰ ਤੱਕ ਹੀ ਸੀਮਤ ਨੇ, ਕਈ ਵਿਚਾਰੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਅਸੀਂ ਜਾਂਦੇ ਕਿਉਂ ਆ। ਜਿਹੜਾ ਗੁਰਦੁਆਰੇ ਨੂੰ ਬਿਲਡਿੰਗ ਸਮਝ ਕੇ ਜਾ ਰਿਹਾ ਹੈ ਉਹ ਇਹਨਾਂ ਇਕਨਾਂ ਦੇ ਵਿੱਚ ਨਹੀਂ ਆਉਣਾ। ਜਿਹੜਾ ਵਾਕਈ ਹੀ ਇਹ ਸਮਝ ਕੇ ਜਾ ਰਿਹਾ ਕਿ ਮੈਂ ਆਪਣੇ ਗੁਰੂ ਨੂੰ ਮਿਲਣ ਚੱਲਿਆ, ਮੈਂ ਉਹਦੇ ਕੋਲੋਂ ਗਿਆਨ ਲੈਣ ਚੱਲਿਆ, ਸਿਰਫ ਉਹਦੇ ਲਈ ਇਹ 10ਵਾਂ ਦੁਆਰ ਜਿਹੜਾ ਉਹ ਖੁੱਲੂਗਾ, ਹੋਰ ਕਿਸੇ ਵਾਸਤੇ ਨਹੀਂ ਖੁੱਲੂਗਾ। ਇਹ ਮੈਂ ਨਹੀਂ ਕਹਿ ਰਹੀ, ਗੁਰਬਾਣੀ ਕਹਿ ਰਹੀ ਹੈ। ਮੇਰੀ ਕੋਈ ਔਕਾਤ ਨਹੀਂ ਕਿ ਮੈਂ ਕਿਸੇ ਵੀ ਚੀਜ਼ ਨੂੰ ਆਪਣੇ ਤਰੀਕੇ ਨਾਲ ਇੰਟਰਪ੍ਰੇਟ ਕਰਾਂ। ਸੋ ਇਹ ਜਿਹੜੀਆਂ ਗੱਲਾਂ ਨੇ, ਜਦੋਂ ਆਪਾਂ ਇਹਨਾਂ ਨੂੰ ਦੇਖਦੇ ਹਾਂ ਤਾਂ ਇਹ ਜਿਹੜਾ ਗੁਰਦੁਆਰ ਹੈ, ਗੁਰਦੁਆਰ ਸਿਰਫ ਇੱਕ ਬਿਲਡਿੰਗ ਦਾ ਨਾਮ ਨਹੀਂ ਹੈ। ਗੁਰਦੁਆਰਾ ਉਹ ਗੇਟਵੇ ਹੈ ਜਿਸ ਤੋਂ ਅੱਗੇ ਔਰ ਉਹ ਗੇਟਵੇ ਕੀ ਹੈ? ਤਾਂ ਹੀ ਤਾਂ ਮੈਂ ਹਰ ਵਾਰ ਬੋਲਦੀ ਹਾਂ ਨਾ ਕਿ ਜਿੱਥੇ ਮੇਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿਰਾਜਮਾਨ ਨੇ, ਮੇਰੇ ਲਈ ਉਹੀ ਗੁਰਦੁਆਰਾ ਹੈ। ਨਾ ਉਹ ਮੇਰੇ ਲਈ ਕਿਸੇ ਤਰ੍ਹਾਂ ਦੇ ਵੀ, ਕਿਉਂਕਿ ਬੜੇ ਸਾਰੇ ਭਵਨਾਂ ਦੇ ਨਾਮ ਦੇ ਦਿੰਦੇ ਆ। ਕੋਈ ਰਾਮਗੜੀਆ ਗੁਰਦੁਆਰਾ ਹੋ ਜਾਂਦਾ, ਕੋਈ ਰਵਿਦਾਸ ਗੁਰਦੁਆਰਾ ਹੋ ਜਾਂਦਾ, ਕੋਈ ਜੱਟਾਂ ਦਾ ਗੁਰਦੁਆਰਾ ਹੋ ਜਾਂਦਾ, ਕੋਈ ਕਿਸੇ ਦਾ। ਮੇਰੇ ਲਈ ਕੋਈ ਐਸੇ ਗੁਰਦੁਆਰੇ ਨਹੀਂ। ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਿਰਾਜਮਾਨ ਨੇ, ਮੇਰੇ ਲਈ ਉਹੀ ਥਾਂ ਗੁਰਦੁਆਰਾ ਹੈ। ਔਰ ਜਿੱਥੇ ਮੇਰੇ ਗੁਰੂ ਗ੍ਰੰਥ ਸਾਹਿਬ ਬਿਰਾਜਮਾਨ ਨਹੀਂ, ਉਹ ਚਾਹੇ ਸੋਨੇ ਦੀ ਬਿਲਡਿੰਗ ਬਣੀ ਹੋਵੇ, ਉਹ ਮੇਰੇ ਲਈ ਗੁਰਦੁਆਰਾ ਨਹੀਂ ਹੈ। ਔਰ ਉਹ ਮੈਨੂੰ ਲੱਗਦਾ ਹੈ ਕਿ ਸਿਰਫ ਮੇਰੇ ਲਈ ਨਹੀਂ, ਤਕਰੀਬਨ ਸਾਰੇ ਸਿੱਖਾਂ ਦਾ ਇਹ ਮੰਨਣਾ ਹੋਊਗਾ। ਸੋ ਫਰਕ ਹੈ। ਜਦੋਂ ਆਪਾਂ ਜਿੱਥੇ ਵੀ, ਹੁਣ ਕਿਤੇ ਵੀ ਅਗਰ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਹੜੇ ਲੋਕ, ਔਰ ਐਸੇ ਹੋਏ ਨੇ ਸਾਡੇ ਕੋਲ ਲੋਕ, ਅੱਜ ਵੀ ਹੋਣਗੇ, ਜਿਹੜੇ ਇੱਕ ਚੌਂਕੜੇ ਉੱਤੇ ਪੂਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਗਿਆਨ ਮੂੰਹ ਜ਼ਬਾਨੀ ਸੁਣਾ ਦਿੰਦੇ ਸੀ, ਤਾਂ ਉਹਨਾਂ ਦੇ ਤਾਂ ਅੰਦਰ ਗੁਰਦੁਆਰਾ ਬਣ ਗਿਆ ਨਾ। ਉਹ ਤਾਂ ਗੁਰਦੁਆਰਾ ਹੋ ਗਏ, ਉਹ ਤਾਂ ਗੁਰਬਾਣੀ ਬਣ ਗਏ। ਔਰ ਇਹਦੀ ਵੀ ਆਪਾਂ ਗੱਲ ਬੜੀ ਵਾਰੀ ਕਰ ਚੁੱਕੇ ਹਾਂ ਕਿ ਗੁਰਬਾਣੀ ਬਣਨਾ ਹੈ। ਗੁਰੂ ਸਿੱਖਾਂ ਦਾ ਜਿਹੜਾ ਸਿਧਾਂਤ ਹੈ, ਜੋ ਸਾਨੂੰ ਗੁਰੂ ਨੇ ਦਿੱਤਾ ਹੈ, ਉਹ ਅਸੀਂ ਸਿਰਫ ਗੁਰਬਾਣੀ ਪੜ੍ਹਨੀ ਜਾਂ ਸਮਝਣੀ ਨਹੀਂ ਹੈ, ਅਸੀਂ ਗੁਰਬਾਣੀ ਬਣਨਾ ਹੈ। ਜਦੋਂ ਅਸੀਂ ਗੁਰਬਾਣੀ ਬਣਾਂਗੇ ਤਾਂ ਸਾਡੇ ਅੰਦਰ ਹੀ ਗੁਰਦੁਆਰਾ ਜਿਹੜਾ ਹੈ ਉਹ ਸਥਾਪਿਤ ਹੋ ਜਾਊਗਾ। ਇਹ ਫਰਕ ਹੈ। ਹੁਣ ਜਦੋਂ ਮੈਂ ਕਹੂੰਗੀ ਗੁਰੂ ਘਰ, ਤਾਂ ਫਿਰ ਮੈਨੂੰ ਮੇਰੇ ਦਿਮਾਗ 'ਚ ਆਊਗਾ ਓਕੇ ਦੇयर इज़ अ ਬਿਲਡਿੰਗ, ਉਸ ਬਿਲਡਿੰਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਿਰਾਜਮਾਨ ਨੇ। ਪਰ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਾਂ ਸ਼ਬਦ ਗੁਰੂ ਹੈ, ਔਰ ਸ਼ਬਦ ਗੁਰੂ ਦੀ ਲੌ ਸਾਡੇ ਅੰਦਰ ਜਗਣੀ ਆ। ਜਦੋਂ ਅਸੀਂ ਇਸ ਗੱਲ ਨੂੰ ਸਮਝਾਂਗੇ ਕਿ ਸ਼ਬਦ ਗੁਰੂ ਦੀ ਲੌ ਸਾਡੇ ਅੰਦਰ ਜਗਣੀ ਆ, ਔਰ ਉਸ ਲੌ ਨੂੰ ਜਗਾਉਣ ਵਾਸਤੇ ਜੋ ਗਿਆਨ ਚਾਹੀਦਾ ਉਹ ਮੈਨੂੰ ਮੇਰੇ ਗੁਰੂ ਤੋਂ ਮਿਲਣਾ। ਔਰ ਮੇਰਾ ਗੁਰੂ ਕੌਣ ਹੈ? ਗੁਰੂ ਗ੍ਰੰਥ ਸਾਹਿਬ ਮਹਾਰਾਜ, ਜੋ ਕਿ ਆਪ ਸ਼ਬਦ ਗੁਰੂ ਹੈ। ਸੋ ਗੁਰਦੁਆਰਾ ਜਿਹੜਾ ਹੈ ਇੱਕ ਫੈਂਸੀ ਵਰਡ ਨਹੀਂ ਹੈ। ਜਿੱਦਾਂ ਗੁਰੂ ਘਰ ਇੱਕ ਫੈਂਸੀ ਵਰਡ ਆਪਾਂ ਚੁੱਕ ਲਿਆ, ਇੱਦਾਂ ਇੱਕ ਵਰਡ ਨਹੀਂ ਹੈ। ਇੱਕ ਪੂਰਾ ਸਿਧਾਂਤ ਹੈ ਆਪਣੇ ਆਪ ਦੇ ਵਿੱਚ, ਇੱਕ ਪੂਰਾ ਫਿਲਾਸਫੀ ਹੈ ਆਪਣੇ ਆਪ ਦੇ ਵਿੱਚ।
ਇਸ ਨੂੰ ਹੋਰ ਜਦੋਂ ਜ਼ਿਆਦਾ ਆਪਾਂ ਇਹਨੂੰ ਸਮਝਾਂਗੇ ਤਾਂ ਅੱਗੇ ਆਉਂਦੀ ਹੈ ਗੱਲ, ਇਹ ਜਗ ਚੌਪੜ ਖੇਲ ਹੈ, ਆਵਾ ਗੌਣ ਭੌਜਲ ਸੰਸਾਰੇ, ਗੁਰਮੁਖ ਜੋੜਾ ਸਾਧ ਸੰਗ, ਪੂਰਾ ਸਤਿਗੁਰ ਪਾਰ ਉਤਾਰੇ, ਲੱਗ ਜਾਏ ਸੋ ਪੱਗ ਜਾਏ, ਗੁਰ ਪ੍ਰਸਾਦ ਪੰਜ ਨਵਾਰੇ, ਗੁਰਮੁਖ ਸਹਿਜ ਸੁਭਾਉ ਹੈ, ਆਪੋ ਬੁਰਾ ਨਾ ਕਿਸੇ ਵਿਚਾਰੇ, ਸ਼ਬਦ ਸੁਰਤ ਲਿਵ ਸਾਵਧਾਨ, ਗੁਰਮੁਖ ਪੰਥ ਚਲੇ ਪਗ ਤਾਰੇ, ਲੋਕ ਵੇਦ ਗੁਰ ਗਿਆਨ ਮਤ ਪਾਏ, ਭਗਤ ਗੁਰਸਿੱਖ ਪਿਆਰੇ, ਨਿਜ ਘਰ ਜਾਏ ਵਸੈ ਗੁਰਦੁਆਰੇ। ਹੁਣ ਇਹ ਜਿਹੜੀ ਚੀਜ਼ ਹੈ, ਇਹ ਜਦੋਂ ਆਪਾਂ ਇਸ ਸ਼ਬਦ ਨੂੰ ਸਮਝਾਂਗੇ ਉਦੋਂ ਸਾਨੂੰ ਸਮਝ ਲੱਗੂਗੀ ਜਿਹੜੀ ਮੈਂ ਪਹਿਲੇ ਵਿੱਚ ਗੱਲ ਕੀਤੀ ਸੀਗੀ, ਕਰ ਕਿਰਪਾ ਜਿਨ ਨਾਮ ਲੈ ਹੈ ਸੇ ਹਰ ਹਰ ਸਦਾ ਧਿਆਵੇ, ਜਿਸ ਨੂੰ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰੇ ਸੁਖ ਪਾਵੇ। ਜਦੋਂ ਮੈਂ ਇਹ ਕਿਹਾ ਸੀਗਾ ਨਾ ਕਿ ਤੁਹਾਡੇ ਕੁਐਸਚਨ ਆ ਜਾਣੇ ਆ ਕਿ ਸਿਰਫ ਗੁਰਦੁਆਰੇ ਸੁਖ ਪਾਇਆ ਜਾ ਸਕਦਾ, ਤਾਂ ਉਹਦਾ ਜਵਾਬ ਅਖੀਰ ਦੇ ਵਿੱਚ ਦੱਸੂਗੀ। ਉਹ ਆਹੀ ਜਵਾਬ ਹੈ, ਕਿਉਂਕਿ ਇੱਥੇ ਕੀ ਹੈ ਕਿ ਉਹ ਕਹਿੰਦੇ ਕਿ ਪੂਰਾ ਜਿਹੜਾ ਦੁਨੀਆ ਹੈ ਇੱਕ ਚੌਪੜ ਦਾ ਖੇਲ। ਮੈਨੂੰ ਲੱਗਦਾ ਕਿ ਪੰਜਾਬ ਜਿਹੜੇ ਥੋੜ੍ਹੇ ਬਹੁਤ ਵੀ ਪੰਜਾਬੀ ਦੇ ਨੂੰ ਜਾਣਦੇ ਨੇ ਜਾਂ ਪੰਜਾਬੀ ਦੀਆਂ ਜਿਹੜੀਆਂ ਜਾਂ ਉੱਥੋਂ ਦੀਆਂ ਜਿਹੜੀਆਂ ਖੇਡਾਂ ਨੂੰ ਜਾਣਦੇ ਨੇ, ਉਹਨਾਂ ਨੂੰ ਪਤਾ ਹੋਊਗਾ ਕਿ ਚੌਪੜ ਇੱਕ ਖੇਡ ਹੁੰਦਾ ਹੈ, ਜਿਹਨੂੰ ਚੌਸਰ ਵੀ ਬੋਲ ਦਿੰਦੇ ਨੇ। ਉਹ ਖੇਡ ਹੁੰਦਾ ਹੈ ਇੱਕ, ਇਟਸ ਮੋਰ ਔਰ ਲੈਸ ਲਾਈਕ ਚੈਸ, ਜਿੱਦਾਂ ਚੈਸ ਹੁੰਦੀ ਆ ਉੱਦਾਂ ਦਾ ਮੋਰ ਔਰ ਲੈਸ, ਬਿਲਕੁਲ ਉਹੋ ਜਿਹਾ ਨਹੀਂ ਹੁੰਦਾ, ਬਟ ਵਿੱਚ ਉਹਦੇ ਡਾਈਸ ਵੀ ਹੁੰਦੀਆਂ। ਸੋ ਕਹਿੰਦੇ ਕਿ ਉਹੋ ਜਿਹਾ ਜਿਹੜਾ ਚੌਪੜ ਦਾ ਇੱਕ ਖੇਲ ਵਰਗੀ ਦੁਨੀਆ ਹੈ। ਆਉਂਦੇ ਨੇ ਲੋਕ, ਜਾਂਦੇ ਨੇ, ਫਿਰ ਗੁਰਮੁਖ ਜੋੜਾ ਸਾਧ ਸੰਗ, ਗੁਰਮੁਖ ਨੂੰ ਉਹ ਜਿਹੜਾ ਗੁਰੂ ਹੈ ਉਹ ਸਾਧ ਸੰਗ ਨਾਲ ਜੋੜਦਾ ਹੈ, ਔਰ ਪੂਰਾ ਸਤਿਗੁਰੂ ਨੂੰ ਪਾਰ ਜੋੜ ਕੇ, ਸਾਧ ਸੰਗਤ ਦੇ ਵਿੱਚ ਜੋੜ ਕੇ ਹੀ ਪਾਰ ਉਤਾਰਦਾ ਹੈ। ਕਿਉਂਕਿ ਇਹੀ ਗੱਲ ਆਪਾਂ ਪਹਿਲਾਂ ਬੋਲੀ ਵੀ ਹੈ ਕਿ ਸਾਧ ਸੰਗ ਦੀ ਨਾਲ ਜਿਹੜੀ ਹੈ, ਗੁਰਮੁਖਾਂ ਦੀ ਸਾਧ ਸੰਗਤ ਤੇ ਗੁਰਦੁਆਰਾ, ਇਹ ਦੋਵੇਂ ਚੀਜ਼ਾਂ ਇਕੱਠੀਆਂ ਜਾਣਗੀਆਂ। ਸੋ ਜਦੋਂ ਇੱਕ ਗੁਰਮੁਖ ਗੁਰੂ ਦੇ ਚਰਨੀ ਲੱਗਦਾ ਹੈ ਤਾਂ ਗੁਰੂ ਉਸ ਤੇ ਉਹਨੂੰ ਪਾਰ ਉਤਾਰਦਾ ਹੈ। ਕਿਵੇਂ? ਉਹਦੇ ਪੰਜੇ ਜਿਹੜੇ ਵਿਕਾਰ ਨੇ ਉਹਨਾਂ ਤੋਂ ਨਿਵਾਰ ਕਰਕੇ ਉਹਨੂੰ ਉਹਦੇ ਕੰਟਰੋਲ 'ਚ ਲਿਆ ਕੇ, ਮਨ ਜੀਤੈ ਜਗ ਜੀਤ, ਉਹ ਮਨ ਨੂੰ ਜਿੱਤਣ ਦੇ ਵਿੱਚ ਗੁਰੂ ਮਹਾਰਾਜ ਸਹਾਈ ਹੁੰਦੇ ਨੇ। ਗੁਰਮੁਖ ਸਹਿਜ ਸੁਭਾਉ ਹੈ, ਆਪਣਾ ਬੁਰਾ ਨਾ ਕਿਸੇ ਵਿਚਾਰੇ, ਨਾ ਉਹ ਆਪ ਬੁਰਾ ਹੈ ਨਾ ਉਹ ਕਿਸੇ ਦੇ ਬੁਰਾਈਆਂ ਵਿਚਾਰਦਾ ਹੀ ਹੈ ਨਾ। ਲੋਕ ਵੇਦ ਗੁਰ ਗਿਆਨ ਮਤ ਪਾਏ, ਭਗਤ ਗੁਰਸਿੱਖ ਪਿਆਰੇ। ਇਹ ਮੈਂ ਅਖੀਰਲੇ ਦੋ ਸ਼ਬਦ ਲੈ ਲੈਣੇ ਕਿਉਂਕਿ ਇੱਥੋਂ ਇਹੀ ਇੰਪੋਰਟੈਂਟ ਆ। ਲੋਕ ਵੇਦ ਗੁਰ ਗਿਆਨ ਮਤ ਪਾਏ, ਭਗਤ ਗੁਰਸਿੱਖ ਪਿਆਰੇ, ਨਿਜ ਘਰ ਜਾਏ ਵਸੇ ਗੁਰਦੁਆਰੇ। ਕਿ ਜਿਹੜੇ ਗੁਰੂ ਦੇ ਪਿਆਰੇ ਨੇ ਉਹ ਗੁਰੂ ਦੇ ਵਿਜ਼ਡਮ, ਗੁਰੂ ਦੀ ਜਿਹੜੀ ਉਹਨਾਂ ਨੇ ਸਾਨੂੰ ਸਿਧਾਂਤ ਦਿੱਤੇ ਨੇ, ਉਹਨਾਂ ਦੇ ਉੱਤੇ ਚੱਲਦੇ ਹੋਏ ਆਪਣੇ ਜੀਵਨ ਨੂੰ, ਜਿਹੜਾ ਮਨ ਜੀਤੇ ਜਗਜੀਤ ਵਾਲੀ ਗੱਲ ਹੈ, ਉੱਥੋਂ ਤੱਕ ਲੈ ਕੇ ਜਾਂਦੇ ਹੋਏ ਬਕਾਇਦਾ ਉਹ ਨਿਜ ਘਰ ਜਾਏ, ਉਹ ਆਪਣੇ ਘਰ ਜਾਂਦੇ ਨੇ, ਔਰ ਵਸੈ ਗੁਰਦੁਆਰੇ। ਹੁਣ ਇਹ ਗੱਲ ਇੱਥੋਂ ਸਮਝ ਲਈਏ ਕਿ ਗੁਰਦੁਆਰੇ ਦਾ ਮਤਲਬ ਸਿਰਫ ਇੱਕ ਬਿਲਡਿੰਗ ਨਹੀਂ ਹੈ, ਕਿਉਂਕਿ ਅਗਰ ਇੰਨੀ ਗੱਲ ਹੁੰਦੀ ਫਿਰ ਗੁਰੂ ਮਹਾਰਾਜ ਨੇ ਥੋੜ੍ਹੀ ਕਹਿਣਾ ਸੀਗਾ ਕਿ ਸਾਰੇ ਜਾ ਕੇ ਗੁਰਦੁਆਰੇ ਵਸ ਜਾਂਦੇ ਨੇ। ਸੋ ਵਸੈ ਗੁਰਦੁਆਰੇ ਮਤਲਬ ਸੱਚਖੰਡ ਵਾਲਾ ਗੁਰਦੁਆਰਾ। ਔਰ ਸੱਚਖੰਡ ਕਿਹੜਾ? ਫਿਰ ਇਹੀ ਗੱਲ, ਫਿਰ ਇਹ ਕੋਈ ਬਿਲਡਿੰਗ ਨਹੀਂ ਹੈ, ਇਹ ਉਹੀ ਸੱਚਖੰਡ ਹੈ ਜੋ ਦਸਮ ਦੁਆਰ ਤੋਂ ਬਾਅਦ ਵਾਲੀ ਖੇਡ ਹੈ ਜੋ। ਤਾਂ ਉਹ ਖੇਡ ਉਦੋਂ ਬਣਦੀ ਹੈ ਜਦੋਂ ਗੁਰੂ ਮਹਾਰਾਜ ਦੀ ਸਾਡੇ ਉੱਤੇ ਕਿਰਪਾ ਹੋਵੇ। ਸੋ ਮੈਨੂੰ ਲੱਗਦਾ ਕਿ ਇਹ ਇੰਨਾ ਡਿਟੇਲ ਦੇ ਵਿੱਚ ਆਨਸਰ ਦੇਣਾ ਇਸ ਲਈ ਜ਼ਰੂਰੀ ਸੀ ਕਿਉਂਕਿ ਬਹੁਤ ਸਾਰੇ ਅਗਰ ਮੈਂ ਆਪਣੇ ਕੋਲੋਂ ਆਪਣੀ ਮਰਜ਼ੀ ਦੇ ਜਵਾਬ ਦੇ ਲੈਂਦੀ ਸ਼ਾਇਦ ਹੋਣਾ ਸੀਗਾ ਕਿ ਆਪਣੀ ਮਰਜ਼ੀ ਰਹਿੰਦੀ ਹੈ। ਸੋ ਇਸ ਕਰਕੇ ਸਾਨੂੰ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬਹਿ ਕੇ ਹੀ ਜਵਾਬ ਲੱਭਣਾ ਜ਼ਰੂਰੀ ਸੀਗਾ। ਸੋ ਇੱਥੋਂ ਤੱਕ ਮੈਨੂੰ ਲੱਗਦਾ ਕਿ ਜੋ ਮੈਂ ਇੱਕ ਬਿਲਕੁਲ ਮੈਂ ਰਿਪੀਟ ਕਰ ਦਿੰਦੀ ਹਾਂ, ਛੋਟਾ ਜਿਹਾ ਇਨਕੈਪਸੂਲੇਟ ਕਰ ਦਿੰਦੀ ਹਾਂ ਜੋ ਵੀ ਮੈਂ ਬੋਲਿਆ। ਮੈਂ ਇਹ ਬੋਲਿਆ ਜੀ ਕਿ ਗੁਰਦੁਆਰਾ ਅਤੇ ਗੁਰੂ ਘਰ ਅਗਰ ਇੱਕੋ ਹੀ ਅੱਖਰ ਹੁੰਦੇ ਤਾਂ ਗੁਰੂ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਗੁਰਦੁਆਰੇ ਦੇ ਨਾਲ ਗੁਰੂ ਘਰ ਵੀ ਲਾ ਦੇਣਾ ਸੀ, ਉਹ ਵੀ ਲਿਖ ਦੇਣਾ ਸੀ। ਉਹਨਾਂ ਨਹੀਂ ਲਿਖਿਆ, ਇਹਦਾ ਮਤਲਬ ਹੈ ਕਿ ਗੁਰਦੁਆਰੇ ਦੀ ਜਗ੍ਹਾ ਤੇ ਗੁਰੂ ਘਰ ਨਹੀਂ ਵਰਤਿਆ ਜਾ ਸਕਦਾ। ਅਗਲੀ ਗੱਲ ਮੈਂ ਦੱਸੀ ਸੀਗੀ ਭਾਈ ਗੁਰਦਾਸ ਜੀ ਹੁਣਾਂ ਦੀਆਂ ਵਾਰਾਂ ਦੇ ਵਿੱਚੋਂ ਐਗਜ਼ਾਮਪਲ ਲੈ ਕੇ ਕਿ ਉਹਨਾਂ ਨੇ ਵੀ ਗੁਰਦੁਆਰੇ ਦਾ ਹੀ ਜ਼ਿਕਰ ਕੀਤਾ, ਗੁਰੂ ਘਰ ਦਾ ਜ਼ਿਕਰ ਉਹਨਾਂ ਨੇ ਵੀ ਨਹੀਂ ਕੀਤਾ। ਤੀਸਰੀ ਗੱਲ ਮੈਂ ਇਹ ਗੱਲ ਕੀਤੀ ਸੀ ਆਪ ਜੀ ਨਾਲ ਕਿ ਜਿਹੜੇ ਗੁਰਦੁਆਰੇ ਦੀ ਗੱਲ ਹੈ, ਗੁਰਦੁਆਰੇ ਦਾ ਮਤਲਬ ਤੇ ਗੁਰੂ ਘਰ ਦਾ ਮਤਲਬ ਦੋਨੋਂ ਹੀ ਅਲੱਗ-ਅਲੱਗ ਨੇ ਕਿਉਂਕਿ ਦੁਆਰ ਜਿਹੜਾ ਹੈ ਉਹ ਇੱਕ ਗੇਟਵੇ ਹੁੰਦਾ, ਘਰ ਜਿਹੜਾ ਉਹ ਹਾਊਸ ਹੁੰਦਾ। ਹਾਊਸ ਵਿੱਚ ਜਾ ਕੇ ਤੁਸੀਂ ਚਾਰ ਦੀਵਾਰੀਆਂ ਦੇ ਵਿੱਚ ਜਕੜੇ ਜਾਂਦੇ ਆ, ਤੁਹਾਡੀ ਬਾਉਂਡਰੀ ਹੁੰਦੀ ਆ, ਜਾਂ ਇਹ ਕਹਿ ਲਓ ਕਿ ਪਤਾ ਲੱਗ ਜਾਂਦਾ ਕਿ ਅੱਛਾ ਆਹ ਘਰ ਉਹਦਾ। ਗੇਟਵੇ ਸਿਰਫ ਇੱਕ ਖੁੱਲ੍ਹਦਾ ਆ ਔਰ ਅੱਗੇ ਪੂਰਾ ਸੰਸਾਰ ਤੁਹਾਡੇ ਕੋਲ ਪਿਆ ਹੁੰਦਾ। ਐਗਜ਼ਾਮਪਲ ਸਕੂਲਸ,
ਸਕੂਲ ਜਾਂਦੇ ਹਾਂ, ਸਕੂਲ ਦੇ ਵਿੱਚ ਇਹ ਨਹੀਂ ਆਪਾਂ ਕਹਿੰਦੇ ਕਿ ਹਿਸਟਰੀ ਦਾ ਘਰ ਹੈ, ਫਿਜ਼ਿਕਸ ਦਾ ਘਰ ਹੈ, ਇਹ ਨਹੀਂ ਆਪਾਂ ਕਹਿੰਦੇ। ਆਪਾਂ ਇਹ ਕਹਿੰਦੇ ਨੌਲੇਜ ਆ ਇੱਥੇ, ਕਿਉਂਕਿ ਦੈਟਸ ਅ ਗੇਟਵੇ ਆਫ ਨੌਲੇਜ, ਹੈ ਨਾ। ਜਦੋਂ ਆਪਾਂ ਸਕੂਲ 'ਚ ਚਲ ਜਾਂਦੇ ਹਾਂ, ਉਸ ਤੋਂ ਬਾਅਦ ਸਾਡੇ ਸਾਹਮਣੇ ਸਾਰਾ ਕੁਝ, ਪੂਰਾ ਸੰਸਾਰ ਜਿਹੜਾ ਉਹ ਇੱਕ ਖੁੱਲ੍ਹ ਜਾਂਦਾ ਸਾਡੇ ਲਈ। ਇਸੇ ਤਰੀਕੇ ਨਾਲ ਜਦੋਂ ਇੱਕ ਗੁਰਮੁਖ ਗੁਰਦੁਆਰੇ ਜਾਂਦਾ ਹੈ ਤਾਂ ਉਹਦੇ ਲਈ ਸਪਿਰਿਚੁਅਲਿਟੀ ਦਾ, ਉਹਦੇ ਲਈ ਉਹਦੀ ਜਿਹੜੀ ਆਤਮਕ ਜਿਹੜੀ ਉਹ ਜਿਸ ਰਸਤੇ ਨਾਲ ਉਹਨੇ ਗੁਰਬਾਣੀ ਬਣਨਾ, ਉਹ ਪੂਰਾ ਦਾ ਪੂਰਾ ਸੰਸਾਰ ਖੁੱਲ੍ਹ ਜਾਂਦਾ। ਉਹ ਗੁਰਬਾਣੀ ਬਣਨ ਦਾ ਰਸਤਾ ਉਹਦੇ ਲਈ ਖੁੱਲ੍ਹ ਜਾਂਦਾ, ਪ੍ਰਕਾਸ਼ਮਾਨ ਹੋ ਜਾਂਦਾ। ਸ਼ਬਦ ਗੁਰੂ ਸਾਡਾ ਗੁਰੂ ਹੈ, ਇਸ ਕਰਕੇ ਉਹ ਕਿਸੇ ਤਰ੍ਹਾਂ ਦੀਆਂ ਬਾਉਂਡਰੀਜ਼ ਦੇ ਵਿੱਚ ਨਹੀਂ ਰਹਿ ਸਕਦਾ। ਸ਼ਬਦ ਗੁਰੂ ਨੂੰ ਇਹ ਕਹਿ ਦੇਣਾ ਕਿ ਆਹ ਸ਼ਬਦ ਗੁਰੂ ਦਾ ਘਰ ਹੈ, ਇਹ ਆਪਣੇ ਆਪ ਦੇ ਵਿੱਚ ਮੂਰਖਤਾ ਹੀ ਹੈ, ਕਿਉਂਕਿ ਸ਼ਬਦ ਗੁਰੂ ਦਾ ਇੱਕ ਘਰ ਨਹੀਂ। ਸ਼ਬਦ ਗੁਰੂ ਦੇ ਘਰ ਦੇ ਵਿੱਚ ਤਾਂ ਆਪਾਂ ਸਾਰੇ ਹਾਂ, ਪਰ ਸ਼ਬਦ ਗੁਰੂ ਸਾਡੇ ਬਣਾਏ ਘਰਾਂ ਦੇ ਵਿੱਚ ਨਹੀਂ ਰਹਿ ਸਕਦਾ। ਗੁਰਦੁਆਰੇ ਦਾ ਆਪਣਾ ਇੱਕ ਮਹੱਤਵ ਹੈ, ਉਹ ਇੱਕ ਸਿਧਾਂਤ ਹੈ ਜੋ ਸਾਡੇ ਕੋਲ ਹੈ, ਇੱਕ ਫਿਲਾਸਫੀ ਹੈ, ਔਰ ਉਹਦੇ ਵਿੱਚ ਕਿਉਂਕਿ ਉੱਥੇ ਜਾ ਕੇ ਹੀ ਸਾਧ ਸੰਗਤ ਉੱਥੇ ਇਕੱਠੀ ਹੋਣੀ ਆ, ਔਰ ਉਹਨਾਂ ਦੇ ਵਿੱਚ ਰਲ ਕੇ ਹੀ ਅਸੀਂ ਜਿਹੜਾ ਹੈ ਉਹ ਗੁਰਸਿੱਖੀ ਜੀਵਨ ਨੂੰ ਦੇਖਣਾ ਹੈ, ਗੁਰਸਿੱਖੀ ਜੀਵਨ ਨੂੰ ਅਪਣਾਉਣਾ ਹੈ। ਸੋ ਗੁਰਦੁਆਰੇ ਦਾ ਆਪਣਾ ਬਹੁਤ ਮਹੱਤਵ ਹੈ, ਪਰ ਉਹਨੂੰ ਗੁਰੂ ਘਰ ਕਹਿ ਕੇ ਆਪਾਂ ਬੜਾ ਛੋਟਾ ਜਿਹਾ ਕਰ ਦਿੰਦੇ ਹਾਂ, ਉਹ ਆਪਾਂ ਨਾ ਕਰਿਆ ਕਰੀਏ। ਆਈ ਹੋਪ ਕਿ ਮੈਂ ਤੁਹਾਡਾ ਜਿਹੜਾ ਸਵਾਲ ਹੈ ਉਹਦਾ ਜਵਾਬ ਦਿੱਤਾ ਹੋਊਗਾ। ਅਗਰ ਇਹਦੇ ਵਿੱਚ ਕੋਈ ਗਲਤੀ ਰਹਿ ਗਈ ਹੈ ਮੇਰੇ ਕੋਲ, ਤਾਂ ਮੈਨੂੰ ਤੁਸੀਂ ਜ਼ਰੂਰ ਲਿਖ ਕੇ ਦੱਸ ਦਿਓ, ਜੇ ਮੈਂ ਉਹਨੂੰ ਅਗਲੀ ਵਾਰੀ ਹੋਰ ਰੈਕਟੀਫਾਈ ਕਰਨ ਦੀ ਕੋਸ਼ਿਸ਼ ਕਰੂੰਗੀ। ਇੱਕ ਛੋਟਾ ਜਿਹਾ ਸਵਾਲ ਜਿਹੜਾ ਹੈ ਉਹ ਅਗਲਾ, ਛੋਟਾ ਜਿਹਾ ਤਾਂ ਨਹੀਂ ਵੈਸੇ ਹੈ ਤਾਂ ਵੱਡਾ, ਪਰ ਮੈਂ ਬੋਲ ਦਿੰਦੀ ਹਾਂ ਕਿ ਉਹ ਸਵਾਲ ਹੈ, ਔਰ ਉਸ ਸਵਾਲ ਨੂੰ ਮੈਂ ਅਗਲਾ ਜਿਹੜਾ ਹੈ ਉਹ ਵੀ ਕੁਐਸਚਨ ਆਨਸਰ ਐਪੀਸੋਡ ਹੀ ਕਰੂੰਗੀ, ਕਿਉਂਕਿ ਇਹ ਸਵਾਲ ਵੀ ਇੰਪੋਰਟੈਂਟ ਨੇ। ਔਰ ਰਜਿੰਦਰ ਸਿੰਘ ਝੱਜ ਹੋਣਾ ਨੇ ਲਿਖਿਆ, ਔਰ ਮੈਂ ਭਾਜੀ ਹੋਣਾ ਦਾ ਪਹਿਲਾਂ ਵੀ ਇਹ ਉਹਨਾਂ ਨੇ ਬੜੇ ਚਿਰ ਦੇ ਕੁਐਸਚਨ ਕੀਤੇ ਹੋਏ ਆ, ਔਰ ਮੈਨੂੰ ਲੱਗਦਾ ਮੈਂ ਉਹਨਾਂ ਨਾਲ ਇਹ ਨਾਇਨਸਾਫੀ ਆ ਕਿ ਮੈਂ ਉਹਨਾਂ ਦਾ ਕਦੀ ਵੀ ਜਵਾਬ ਹੀ ਨਹੀਂ ਦਿੱਤਾ। ਸੋ ਅਗਲਾ ਜਿਹੜਾ ਕੁਐਸਚਨ ਆਨਸਰ ਸੈਸ਼ਨ ਆ ਉਹ ਸਪੈਸੀਫਿਕਲੀ ਮੈਂ ਰਜਿੰਦਰ ਸਿੰਘ ਝੱਜ ਹੋਣਾ ਦੇ ਵਾਸਤੇ ਰੱਖੂੰਗੀ, ਕਿਉਂਕਿ ਉਹਨਾਂ ਦੇ 2 ਸਵਾਲ ਨੇ, ਦੋਨੋਂ ਹੀ ਬੜੇ ਇੰਪੋਰਟੈਂਟ ਕੁਐਸਚਨ ਨੇ। ਮੈਂ ਬੋਲ ਦਿੰਦੀ ਹਾਂ ਸਵਾਲ ਕੀ ਹੈ, ਅਗਲੇ ਐਪੀਸੋਡ ਦੇ ਵਿੱਚ ਮੈਂ ਉਹ ਜ਼ਰੂਰ ਡਿਸਕਸ ਕਰੂੰਗੀ। ਉਹਨਾਂ ਨੇ ਲਿਖਿਆ ਹੈ, I always talk among my friends and family that any Sikh should not go to Gurdwara just for having langar, but in all Gurdwara there is more interest of people in langar than Guru. That is bad. I see many people bring their own takeaway pots and take langar to home. I think it is bad. Langar is meant for the travelers and needy people, not for people who can afford to make their own food. Same thing happens in the Nagar Kirtans. I have seen people taking full bags food home from Nagar Kirtan. What is your views on it? ਇਹ ਉਹਨਾਂ ਦਾ ਪਹਿਲਾ ਕੁਐਸਚਨ ਹੈ। ਉਹ ਕਹਿੰਦੇ ਨੇ ਕਿ ਜਿਹੜਾ ਲੰਗਰ ਹੈ, ਕਿ ਲੰਗਰ ਉਹਨਾਂ ਨੀਡੀ ਲੋਕ ਜਾਂ ਉਹ ਜਿਹੜੇ ਕੁੱਕ ਨਹੀਂ ਕਰ ਸਕਦੇ ਜਾਂ ਟਰੈਵਲਰਸ ਹੋ ਗਏ ਉਹਨਾਂ ਵਾਸਤੇ ਆ, ਬਲਕਿ ਜਿਹੜਾ ਲੰਗਰ ਹੈ ਉਹਨੂੰ ਲੋਕੀ ਆਪਣੇ ਘਰ ਵੀ ਲੈ ਜਾਂਦੇ ਆ। ਤਾਂ ਉਹ ਔਰ ਉਹਨੂੰ ਕਹਿੰਦੇ ਕਿ ਮੈਂ ਆਪਣੇ ਦੋਸਤਾਂ ਨੂੰ ਬਹੁਤ ਵਾਰ ਕਿਹਾ ਹੈ ਕਿ ਲੰਗਰ ਜਿਹੜਾ ਹੈ, ਤੁਸੀਂ ਗੁਰਦੁਆਰੇ ਸਿਰਫ ਲੰਗਰ ਲਈ ਨਾ ਜਾਓ, ਗੁਰੂ ਵਾਸਤੇ ਵੀ ਜਾਓ। ਬਹੁਤ ਵਧੀਆ ਗੱਲ ਆ, ਜੋ ਇਹ ਗੱਲ ਇੰਪੋਰਟੈਂਟ ਵੀ ਹੈਗੀ ਆ। ਸੋ ਉਹਨਾਂ ਨੇ ਮੇਰੇ ਇਹਦੇ 'ਤੇ ਵਿਚਾਰ ਮੰਗੇ ਨੇ। ਬੜਾ ਇੰਪੋਰਟੈਂਟ ਟੌਪਿਕ ਆ, ਔਰ ਥੋੜ੍ਹਾ ਜਿਹਾ ਲੈਂਥੀ ਟੌਪਿਕ ਹੈ। ਜਿੱਦਾਂ ਅੱਜ ਵਾਲਾ ਟੌਪਿਕ ਲੈਂਥੀ ਸੀ, ਹੈ ਤਾਂ ਇੱਕੋ ਹੀ ਸਵਾਲ ਸੀ, ਪਰ ਬੜਾ ਲੈਂਥੀ ਸੀ ਇਹਦਾ ਆਨਸਰ। ਸੋ ਇਸੇ ਤਰੀਕੇ ਨਾਲ ਇਹ ਜਿਹੜਾ ਆਨਸਰ ਹੈ ਵੀ ਬੜਾ ਡਿਟੇਲ ਦੇ ਵਿੱਚ ਦੇਣਾ ਜਵਾਬ ਮੰਗਦਾ। ਤਾਂ ਮੈਂ ਇਹਨੂੰ ਅਗਲੇ ਐਪੀਸੋਡ ਦੇ ਵਿੱਚ ਇਸ ਕੁਐਸਚਨ ਨੂੰ ਡੀਲ ਕਰੂੰਗੀ। ਇਹਨਾਂ ਦਾ ਹੀ ਰਜਿੰਦਰ ਸਿੰਘ ਝੱਜ ਹੋਣਾ ਦਾ ਹੀ ਇੱਕ ਹੋਰ ਕੁਐਸਚਨ ਸੀਗਾ। ਉਹਨਾਂ ਨੇ ਲਿਖਿਆ ਸੀ, ਸਮ ਟਾਈਮ ਅਗੋ ਆਈ ਆਸਕਡ ਯੂ one question on multi Ramala in Darbar Sahib, but you did not reply my question. ਝੱਜ ਸਾਹਿਬ, ਮੇਰੇ ਦੋਨੋਂ ਹੱਥ ਬੰਨ੍ਹ ਕੇ ਮੈਂ ਖਿਮਾ ਦੀ ਜਾਚਕ ਹਾਂ। ਹੋ ਸਕਦਾ ਮੇਰੇ ਕੋਲ ਕਿਤੇ ਮਿਸ ਹੋ ਗਿਆ ਹੋਵੇ ਕੁਐਸਚਨ, ਜਾਂ ਪਤਾ ਨਹੀਂ, ਆਮ ਸੌਰੀ, ਮੇਰੇ ਕੋਈ ਐਕਸਕਿਊਜ਼ ਨਹੀਂ ਜੇ ਮੈਂ ਨਹੀਂ ਜਵਾਬ ਦੇ ਸਕੀ, ਤਾਂ ਮੈਂ ਇਹਦੇ ਵਾਸਤੇ ਬਿਲਕੁਲ ਖਿਮਾ ਦੀ ਜਾਚਕ ਹਾਂ। ਅਗਲਾ ਜਿਹੜਾ ਐਪੀਸੋਡ ਹੈ ਉਹ ਮੈਂ ਸਪੈਸੀਫਿਕਲੀ ਤੁਹਾਡੇ ਦੋਨਾਂ ਕੁਐਸਚਨਸ ਦੇ ਉੱਪਰ ਹੀ ਕਰੂੰਗੀ। ਤੁਹਾਡੇ ਦੋਨਾਂ ਸਵਾਲਾਂ ਨੂੰ ਆਪਣੀ ਮੱਤ ਔਰ ਜੋ ਮੇਰਾ ਗੁਰੂ ਮੈਨੂੰ ਹੁਕਮ ਦੇਊਗਾ ਉਹਦੇ ਹਿਸਾਬ ਨਾਲ ਮੈਂ ਜੋ ਵੀ ਮੈਨੂੰ ਸਮਝ ਆਉਂਦੀ ਹੈ, ਮੇਰੇ ਗੁਰੂ ਦੇ ਚਰਨਾਂ 'ਚ ਬੈਠ ਕੇ ਜੋ ਵੀ ਮੈਨੂੰ ਸਮਝ ਆਉਂਦੀ ਹੈ ਉਹਦੇ ਹਿਸਾਬ ਨਾਲ ਮੈਂ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕਰੂੰਗੀ। ਤੁਸੀਂ ਅਗਲਾ ਐਪੀਸੋਡ ਜ਼ਰੂਰ ਦੇਖਿਓ ਜੀ, ਫਿਰ ਤੁਹਾਨੂੰ ਇਹਦੇ ਵਿੱਚ ਤੁਹਾਡੇ ਜਿਹੜੇ ਦੋਨੋਂ ਆਨਸਰਸ ਨੇ ਉਹ ਉਹਦੇ ਵਿੱਚ ਸ਼ਾਇਦ ਮਿਲ ਜਾਣਗੇ। ਅੱਜ ਦੀਆਂ ਮੇਰੀਆਂ ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨਾ। ਆਪ ਸਭ ਦੇ ਅਗਰ ਕੋਈ ਹੋਰ ਵੀ ਸਵਾਲ ਹੋਣ, ਜਾਂ ਤੁਸੀਂ ਮੈਨੂੰ ਕੁਛ ਵੀ ਦੱਸਣਾ ਚਾਹੁੰਦੇ ਆ, ਕੋਈ ਵੀ ਗੱਲ ਕਰਨਾ ਚਾਹੁੰਦੇ ਆ, ਮੇਰੀ ਕੋਈ ਗਲਤੀ ਹੈ ਜਾਂ ਮੇਰੀ ਕੋਈ
ਚੰਗੀ ਗੱਲ ਹੈ। ਤੁਸੀਂ ਮੇਰੇ ਨਾਲ ਕਮਿਊਨੀਕੇਟ ਕਰਨਾ ਚਾਹੁੰਦੇ ਹੋ, ਤੁਸੀਂ ਜ਼ਰੂਰ kirdarekhalsa@akalchannel.tv ਦੇ ਉੱਪਰ ਲਿਖਿਆ ਕਰੋ। ਮੈਨੂੰ ਤੁਹਾਡੀਆਂ ਈਮੇਲਸ ਤੋਂ ਇੱਕ ਬਹੁਤ ਵੱਡਾ ਬੂਸਟ ਮਿਲਦਾ ਆ। ਤੁਹਾਡੀ ਇੱਕ ਈਮੇਲ ਆਉਂਦੀ ਹੈ ਔਰ ਯਕੀਨ ਮੰਨਿਓ ਜੇ ਜਦੋਂ ਜਿਸ ਦਿਨ ਮੇਰੇ ਕੋਲ ਇੱਕ ਈਮੇਲ ਵੀ ਆ ਜਾਂਦੀ ਹੈ ਨਾ, ਮੇਰਾ ਅਗਲਾ ਐਪੀਸੋਡ ਕਰਨ ਦਾ ਜਿਹੜਾ ਉਤਸ਼ਾਹ ਹੈ ਉਹ ਦੁੱਗਣਾ ਹੋ ਜਾਂਦਾ, ਕਿਉਂਕਿ ਮੈਨੂੰ ਲੱਗਦਾ ਕਿ ਮੈਂ ਇਕੱਲੀ ਬੋਲ ਕੇ ਨਹੀਂ ਚੱਲ ਜਾਂਦੀ, ਕੋਈ ਮੈਨੂੰ ਸੁਣਦਾ ਵੀ ਹੈਗਾ। ਸੋ ਇਸ ਕਰਕੇ ਅਗਲੇ ਐਪੀਸੋਡ ਦੇ ਵਿੱਚ ਆਪਾਂ ਫੇਰ ਮਿਲਦੇ ਹਾਂ ਜੀ। ਅਗਲਾ ਐਪੀਸੋਡ ਕੁਐਸਚਨ ਆਨਸਰਸ 'ਤੇ ਹੀ ਹੋਊਗਾ। ਅੱਜ ਦੇ ਐਪੀਸੋਡ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਕਮੀ ਪੇਸ਼ੀ ਰਹਿ ਗਈ ਹੈ ਜਾਂ ਤੁਹਾਨੂੰ ਲੱਗਦਾ ਕਿ ਮੈਨੂੰ ਕੁਝ ਹੋਰ ਇਲੈਬੋਰੇਟ ਕਰਨਾ ਚਾਹੀਦਾ ਸੀ ਜਾਂ ਕੁਝ ਵੀ, ਜਾਂ ਮੈਨੂੰ ਘੱਟ ਕਰਨਾ ਚਾਹੀਦਾ ਸੀ ਜਾਂ ਮੈਂ ਕੁਝ ਗਲਤ ਬੋਲਿਆ, ਤਾਂ ਮੈਨੂੰ ਆਪ ਈਮੇਲ ਕਰਕੇ ਜ਼ਰੂਰ ਦੱਸਣਾ ਜੀ। ਮਿਲਦੇ ਹਾਂ ਅਗਲੇ ਐਪੀਸੋਡ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਰਲਡਸ ਨੰਬਰ 1 ਸਿੱਖ ਮੀਡੀਆ ਅਕਾਲ ਚੈਨਲ ਦਾ ਸਿੱਖੀ ਤੇ ਆਧਾਰਿਤ ਬੇਹੱਦ ਹੀ ਹਰਮਨ ਪਿਆਰਾ ਪ੍ਰੋਗਰਾਮ ਕਿਰਦਾਰੇ ਖਾਲਸਾ ਅਕਾਲ ਚੈਨਲ ਦੇ ਨਾਲ ਹੁਣ ਪੋਡਕਾਸਟ ਦੇ ਹੋਰ ਨੈਟਵਰਕਸ Spotify, Google Podcast, Amazon Audible ਅਤੇ Apple Podcast ਤੇ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਜੀ।